वाहिगुरू जी का खालसा वाहिगुरू जी की फतेह। परम सन्मानयोग गुरु प्यारिओ, सिख मिशनरी कॉलेज लुधियाना वालों चल रही इस ऑनलाइन क्लास विच आप सारिਆਂ ਨੂੰ जी आया। साडा अज दा सबजैक्ट सवाल जवाब है। हर सोमवार ਨੂੰ ਇਹ ਸੈਸ਼ਨ सवाल जवाब ਦਾ ਸਾਡਾ ਹੁੰਦਾ ਹੈ। ਜਿਹੜੇ ਸਵਾਲ ਆਪ ਜੀ ਵੱਲੋਂ ਭੇਜੇ ਜਾਂਦੇ ਹਨ ਉਹਨਾਂ ਤੇ ਵਿਚਾਰ ਕਰਕੇ ਪੈਨਲ ਮੈਂਬਰ ਆਪੋ ਆਪਣੀ ਬਖਸ਼ੀ ਹੋਈ ਗੁਰੂ ਪਾਤਸ਼ਾਹ ਦੀ ਬੁੱਧੀ ਮੁਤਾਬਕ ਜਵਾਬ ਦਿੰਦੇ ਹਨ, ਜਿਨ੍ਹਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਦਰਪਣ, ਪ੍ਰੋਫੈਸਰ ਹਰਬੰਸ ਸਿੰਘ ਜੀ ਦਾ ਸਟੀਟ, ਭਾਈ ਕਾਹਨ ਸਿੰਘ ਜੀ ਨਾਭਾ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਸਿੰਘ ਜੀ, ਹੋਰ ਇਤਿਹਾਸਕ ਹਵਾਲੇ ਜਿਹੜੇ ਗੁਰਮਤਿ ਦੀ ਕਸੌਟੀ ਦੇ ਪੂਰੇ ਉਤਰਦੇ ਹਨ, ਉਹਨਾਂ ਵਿੱਚੋਂ ਇਹ ਸਵਾਲਾਂ ਦੇ ਉੱਤਰ ਲੈ ਕੇ ਆਪ ਜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਇਸ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ 'ਚ ਸਵਾਗਤ ਹੈ ਜੀ। ਸਵਾਲ ਜਵਾਬ ਦਾ ਪ੍ਰੋਗਰਾਮ ਜੋ ਹਰ ਸੋਮਵਾਰ ਚੱਲਦਾ, ਅੱਜ ਵੀ ਆਪ ਦੇ ਸਾਹਮਣੇ ਪੈਨਲ ਹਾਜ਼ਰ ਹੈ। ਤੋ ਮੈਂ ਬੇਨਤੀ ਕਰ ਰਿਹਾ ਪਹਿਲੇ ਪੈਨਲ ਨੂੰ ਕਿ ਉਹ ਸਾਰੀਆਂ ਸੰਗਤਾਂ ਨਾਲ ਫਤਿਹ ਸਾਂਝੀ ਕਰਨਗੇ ਜੀ। ਇਹ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਕਿੱਕਰ ਸਿੰਘ ਜੀ, ਅਨਮਿਊਟ ਕਰ ਲਓ ਜੀ। ਹਾਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਜਵੀਰ ਸਿੰਘ ਜੀ। ਵੀਰ ਸਿੰਘ ਜੀ, ਮੇਰੇ ਖਿਆਲ ਨਾਲ ਉਹਨਾਂ ਨੂੰ ਬੁਖਾਰ ਹੈਗਾ, ਉਹ ਸ਼ਾਇਦ ਨਹੀਂ ਆ ਰਹੇ ਜੀ। ਅੱਛਾ ਜੀ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਜੀਤ ਸਿੰਘ ਵੀ ਹਾਜ਼ਰ ਨੇ ਸੰਗਤਾਂ ਦੇ ਸੇਵਾ 'ਚ, ਉਹਨਾਂ ਨੇ ਫਤਿਹ ਬੁਲਾਈ ਸਭ ਨੂੰ ਪਹਿਲੇ। ਤਾਂ ਆਓ ਸਤਸੰਗੀਓ, ਆਪਾਂ ਸ਼ਬਦਾਂ ਵੱਲ, ਇਹ ਸਵਾਲਾਂ ਵੱਲ ਚੱਲਦੇ ਹਾਂ ਜੀ। ਸਵਾਲ ਜਿਹੜੇ ਨੇ ਵੱਖ ਵੱਖ ਵਿਸ਼ਿਆਂ ਤੇ ਨੇ, ਗੁਰਬਾਣੀ ਬਾਰੇ ਵੀ, ਔਰ ਚਲਤ ਮਰਿਆਦਾਵਾਂ, ਔਰ ਕੁਝ ਇਤਿਹਾਸਕ ਗੱਲਾਂ ਜਿਹੜੀਆਂ ਨੇ ਇਹਨਾਂ ਸਵਾਲਾਂ ਵਿੱਚ ਆਈਆਂ ਸਾਡੇ ਸਾਹਮਣੇ ਜੀ। ਤੋ ਆਓ ਸਤ ਸੰਗਤ ਜੀ, ਇੱਕ ਇੱਕ ਸਵਾਲ ਲੈ ਕੇ ਅਸੀਂ ਆਪ ਦੀ ਸੇਵਾ 'ਚ ਉਹਦੀ ਐਕਸਪਲੇਨੇਸ਼ਨ ਦਿਆਂਗੇ। ਤੋ ਇੱਕ ਸਵਾਲ ਸਾਡੇ ਕੋਲ ਜਿਹੜਾ ਆਇਆ ਪਹਿਲਾ ਇਹ ਹੈ ਕਿ ਇੱਕ ਸਿੱਖ ਦੀ ਅਰਦਾਸ ਅਕਾਲ ਪੁਰਖ ਮਨਜ਼ੂਰ ਕਰਦੇ ਹਨ। ਮੈਨੂੰ ਲੱਗਦਾ ਵੀ ਸਵਾਲ ਪੁੱਛਣ ਵਾਲੇ ਦਾ ਮਤਲਬ ਇਹ ਹੈ ਵੀ ਅਗਰ ਕੋਈ ਇਕੱਲਾ ਸਿੱਖ ਵੀ ਅਰਦਾਸ ਕਰਦਾ ਤੇ ਉਹ ਮਨਜ਼ੂਰ ਹੁੰਦੀ ਹੈ। ਤੋ ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ, ਕਿਰਪਾ ਕਰਕੇ ਇਸ ਵਿਸ਼ੇ ਤੇ ਚਾਨਣਾ ਪਾਓ ਕਿ ਅਗਰ ਕੋਈ ਇਕੱਲਾ ਸਿੱਖ ਵੀ ਅਰਦਾਸ ਕਰਦਾ ਤਾਂ ਉਹਦੀ ਅਰਦਾਸ ਸਤਿਗੁਰੂ ਜੀ ਮਨਜ਼ੂਰ ਕਰਦੇ ਹਨ। ਵੀਰ ਕਿੱਕਰ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਤੋਂ ਪਹਿਲਾਂ ਜੋ ਸਵਾਲ ਹੈ ਜੀ, ਪ੍ਰਸ਼ਨ ਹੈ ਕਿ ਵਾਹਿਗੁਰੂ ਜੀ ਇੱਕ ਸਿੱਖ ਦੀ ਅਰਦਾਸ ਪੂਰੀ ਕਰਦਾ ਹੈ। ਇਸ ਦੁਨੀਆ ਦੇ ਵਿੱਚ ਬਹੁਤ ਧਰਮਾਂ ਦੇ ਅਲੱਗ-ਅਲੱਗ ਲੋਕ ਰਹਿੰਦੇ ਆ ਜੀ, ਤੇ ਸਾਰੇ ਹੀ ਆਪੋ ਆਪਣੇ ਇਸ਼ਟ ਦੇ ਮੁਤਾਬਕ ਉਸ ਅਕਾਲ ਪੁਰਖ ਪਰਮਾਤਮਾ ਕਹੋ, ਰਾਮ ਕਹੋ, ਰਹੀਮ ਕਹੋ, ਅੱਲਾ ਕਹੋ, ਸਾਰੇ ਹੀ ਉਸਦੇ ਮੂਹਰੇ ਅਰਦਾਸਾਂ ਕਰਦੇ ਆ। ਲੇਕਿਨ ਇਹ ਕਹਿਣਾ ਕਿ ਇੱਕ ਸਿੱਖ ਦੀ ਅਰਦਾਸ ਵਾਹਿਗੁਰੂ ਜੀ ਪੂਰੀ ਕਰਦੇ ਹਨ ਜਾਂ ਨਹੀਂ ਕਰਦੇ,
ਇਹ ਬੜਾ ਨਾ ਇੱਕ ਛੋਟਾ ਜਿਹਾ ਪ੍ਰਸ਼ਨ ਹੈ। ਉਹ ਭਾਵੇਂ ਕੋਈ ਉਹਦਾ ਸਿੱਖ ਹੋਵੇ ਜਾਂ ਨਾ ਹੋਵੇ, ਕੋਈ ਉਹਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ, ਉਹ ਤਾਂ ਸਭ ਦੀਆਂ ਹੀ ਮਨੋਕਾਮਨਾ ਪੂਰੀਆਂ ਕਰ ਰਹੇ ਹਨ। ਤੇ ਅਸਲ ਵਿੱਚ ਅਰਦਾਸ ਹੈ ਕੀ, ਇਸ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਜੀ। ਕਿਸੇ ਵੀ ਸਿੱਖ ਜਾਂ ਆਮ ਮਨੁੱਖ ਦੀ ਹਿਰਦੇ ਦੇ ਵਿੱਚ ਜੋ ਆਸ ਜਾਂ ਭਾਵਨਾ ਹੁੰਦੀ ਹੈ, ਮਨ ਦੀ ਵੇਦਨਾ ਜਾਂ ਪੀੜਾ, ਉਹ ਆਪਣੇ ਗੁਰੂ ਜਾਂ ਆਪਣੇ ਇਸ਼ਟ ਅਕਾਲ ਪੁਰਖ ਅੱਗੇ ਪ੍ਰਗਟ ਜੋ ਕਰਨ ਦੀ ਕਿਰਿਆ ਹੈ, ਉਸ ਨੂੰ ਅਸੀਂ ਅਰਦਾਸ ਕਹਿੰਦੇ ਹਾਂ। ਇਹ ਕੋਈ ਜ਼ਰੂਰੀ ਨਹੀਂ ਵੀ ਅਰਦਾਸ ਦੇ ਵਿੱਚ ਮੰਗ ਹੀ ਕੀਤੀ ਜਾਵੇ। ਜੇ ਅਸੀਂ ਉਹ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ, ਇਹ ਵੀ ਸਾਡੇ ਵੱਲੋਂ ਇੱਕ ਅਰਦਾਸ ਹੈ। ਹੋਰ ਥੋੜਾ ਜਿਹਾ ਅਗਰ ਵਿਸਤਾਰ ਕਰੀਏ ਤਾਂ ਅਸੀਂ ਇਸ ਨੂੰ ਆਪਣੇ ਮਨ ਦੀ ਮੁਰਾਦ ਮੰਗਣ ਦੀ ਕਿਰਿਆ ਵੀ ਕਹਿ ਸਕਦੇ ਹਾਂ। ਅਰਜ਼, ਅਰਜ਼ੋਈ, ਪ੍ਰਾਰਥਨਾ, ਬੇਨਤੀ, ਬਿਨੈ ਜਾਂ ਵਿਨੈ ਵੀ ਕਹਿ ਸਕਦੇ ਹਾਂ। ਸੋ ਅਲੱਗ-ਅਲੱਗ ਭਾਸ਼ਾਵਾਂ ਦੇ ਅਲੱਗ-ਅਲੱਗ ਸ਼ਬਦ ਹਨ। ਤੇ ਜਦੋਂ ਅਸੀਂ ਸੁਖਨੀਤਾ ਪੜ੍ਹਦੇ ਹਾਂ ਜੀ, ਉਹਦੀ ਜਿਹੜੀ ਚੌਥੀ ਅਸ਼ਟਪਦੀ ਦਾ ਆਖਰੀ ਪਦਾ ਹੈ, ਤੂੰ ਠਾਕਰ ਤੁਮ ਪੈ ਅਰਦਾਸ। ਇਹ ਪਦਾ ਤਕਰੀਬਨ ਸਾਰੇ ਵੀਰ ਭੈਣਾਂ ਨੇ ਬਹੁਤ ਵਾਰੀ ਪੜ੍ਹਿਆ ਤੇ ਰੋਜ਼ਾਨਾ 2-3 ਵਾਰੀ ਗੁਰਦੁਆਰਾ ਸਾਹਿਬ ਵਿੱਚ ਇਹ ਪੜ੍ਹਿਆ ਵੀ ਜਾਂਦਾ ਹੈ। ਪਰ ਇਹਦੇ ਵਿੱਚ ਗੁਰੂ ਸਾਹਿਬ ਨੇ ਮੰਗ ਕੋਈ ਨਹੀਂ ਕੀਤੀ ਤੇ ਉਹ ਕੇਵਲ ਇੱਕ ਸਿਰਫ ਉਪਦੇਸ਼ਮਈ ਜੋ ਸੰਗਤਾਂ ਵਾਸਤੇ ਹੈ। ਤੂੰ ਠਾਕਰ, ਮੈਂ ਸੰਖੇਪ ਦੇ ਵਿੱਚ ਇਹਦੇ ਅਰਥ ਕਰੀ ਜਾ ਰਿਹਾ ਜੀ। ਤੁਸੀਂ ਮਾਲਕ ਹੋ ਸਾਡੇ, ਸਾਡੀ ਤੁਹਾਡੇ ਅੱਗੇ ਅਰਦਾਸ ਹੈ, ਤੁਹਾਡੇ ਕੋਲ ਅਰਦਾਸ ਹੈ। ਇਹ ਜੀਓ ਪਿੰਡ ਸਭ ਤੇਰੀ ਰਾਸ। ਇਹ ਜਿਹੜੇ ਜੀਵ ਆਤਮਾ ਤੇ ਸਰੀਰ, ਇਹ ਤੁਹਾਡੀ ਦਿੱਤੀ ਹੋਈ ਪੂੰਜੀ ਹੈ। ਤੋ ਮਾਤ ਪਿਤਾ, ਤੁਸੀਂ ਸਾਡੇ ਮਾਤ ਪਿਤਾ ਹੋ। ਹਮ ਬਾਰਕ ਤੇਰੇ, ਅਸੀਂ ਤੁਹਾਡੇ ਬਾਲਕ ਹਾਂ। ਜਿਵੇਂ ਮਾਤਾ ਪਿਤਾ ਪ੍ਰਤੀਪਾਲਨਾ ਕਰਦਾ ਆਪਣੇ ਬੱਚਿਆਂ ਦੀ, ਇਵੇਂ ਤੁਸੀਂ ਵੀ ਸਾਡੀ ਪ੍ਰਤੀਪਾਲਨਾ ਕਰਦੇ ਹੋ। ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਹਾਡੀ ਕਿਰਪਾ ਦੇ ਵਿੱਚ ਸੁੱਖ ਹੀ ਸੁੱਖ ਹਨ, ਦੁੱਖ ਕੋਈ ਆਉਂਦਾ ਹੀ ਨਹੀਂ। ਘਨੇਰੇ ਤੋਂ ਭਾਵ ਬਹੁਤ ਜ਼ਿਆਦਾ। ਕੋਈ ਨਾ ਜਾਣੈ ਤੁਮਰਾ ਅੰਤ, ਇਹ ਜੋ ਤੁਹਾਡੀ ਕਿਰਪਾ ਹੈ, ਤੁਸੀਂ ਕਿਰਪਾਲੂ ਹੋ, ਦਿਆਲੂ ਹੋ। ਇਹ ਕਿਰਪਾ ਦਾ, ਤੁਹਾਡੀ ਦਿਆਲਤਾ ਦਾ ਕੋਈ ਅੰਤ ਨਹੀਂ ਜਾਣ ਸਕਦਾ। ਉੱਚੇ ਤੇ ਉੱਚਾ ਭਗਵੰਤ, ਹੇ ਭਗਵੰਤ ਜੀ, ਤੁਸੀਂ ਉੱਚੇ ਤੇ ਉੱਚੇ ਹੋ, ਭਾਵ ਸਾਰਿਆਂ ਨਾਲੋਂ ਤੁਸੀਂ ਸ਼੍ਰੋਮਣੀ ਹੋ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਜੋ ਵੀ ਕੁਝ ਤੁਸੀਂ ਪੈਦਾ ਕੀਤਾ, ਸਾਰੀ ਸਮਗਰੀ ਉਹ ਤੁਹਾਡੀ ਆਗਿਆਕਾਰੀ ਹੈ, ਤੁਹਾਡੀ ਆਗਿਆ ਦੇ ਵਿੱਚ ਚੱਲਣ ਵਾਲੀ ਹੈ। ਤੁਸੀਂ ਆਪਣੇ ਸੂਤ ਦੇ ਵਿੱਚ, ਹੁਕਮ ਦੇ ਵਿੱਚ ਪਰੋਈ ਹੋਈ ਆ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਹਾਤੋਂ ਜੋ ਕੁਝ ਵੀ ਹੋਇਆ, ਜੋ ਕੁਝ ਵੀ ਪੈਦਾ ਹੋਇਆ, ਉਹ ਸਾਰਾ ਕੁਝ ਤੁਹਾਡੀ ਆਗਿਆ ਦੇ ਵਿੱਚ ਚੱਲਣ ਵਾਲਾ ਹੈ। ਭਾਵ ਕੋਈ ਵੀ ਜੀਵ ਦੀ ਇੰਨੀ ਸੱਤਿਆ ਨਹੀਂ, ਇੰਨੀ ਉਹਦੇ ਵਿੱਚ ਸ਼ਕਤੀ ਨਹੀਂ ਕਿ ਉਹ ਤੁਹਾਡਾ ਕੋਈ ਉਲੰਘਣ ਕਰ ਸਕੇ। ਤੁਮਰੀ ਗਤ ਮੇਂ ਤੁਮ ਹੀ ਜਾਣੀ, ਤੁਸੀਂ ਆਪਣਾ ਲੇਖਾ ਜੋਖਾ, ਸਾਰੀ ਗਤ ਮੇਂ ਤੇ ਤੁਹਾਡਾ ਆਕਾਰ, ਰੰਗ, ਰੂਪ, ਇਹ ਤੁਸੀਂ ਆਪ ਹੀ ਜਾਣਦੇ ਹੋ। ਨਾਨਕ ਦਾਸ ਸਦਾ ਕੁਰਬਾਨੀ, ਹੇ ਨਾਨਕ ਜੀ, ਤੁਹਾਡੇ ਦਾਸ ਸਦਾ ਹੀ ਤੁਹਾਤੋਂ ਕੁਰਬਾਨ ਜਾਂਦੇ ਹਨ। ਹੁਣ ਗੁਰੂ ਸਾਹਿਬ ਅਰਦਾਸ ਵੀ ਕਰ ਰਹੇ ਆ ਤੇ ਉਹਦੇ ਵਿੱਚ ਮੰਗ ਵੀ ਕੁਝ ਨਹੀਂ ਰਹੇ, ਜਿਹੜਾ ਕਿ ਅਸੀਂ ਰੋਜ਼ ਹੀ ਆਮ ਕਰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਵੀਰ ਜੀ ਆਵਾਜ਼ ਆ ਰਹੀ ਵਿੱਚ। ਤੇਜਿੰਦਰ ਸਿੰਘ ਜੀ ਮਿਊਟ ਕਰ ਲਓ। ਹਾਂ ਵੀਰ ਜੀ, ਇਹਦੇ ਨਾਲ ਹੀ ਜਿਹੜਾ ਅਗਲਾ ਸ਼ਲੋਕ ਹੈ ਜੀ, ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਈ। ਇਹ ਜਿਹੜੇ ਜੀਵ ਭੁੱਲਣਹਾਰ ਹਨ, ਇੱਕ ਦੇਣ ਵਾਲੇ ਪ੍ਰਭੂ ਨੂੰ, ਜੋ ਦੇਨਹਾਰ ਹੈ, ਸਭ ਨੂੰ ਦੇਣ ਵਾਲਾ ਹੈ, ਉਸ ਪ੍ਰਭੂ ਨੂੰ ਛੱਡ ਕੇ ਹੋਰ ਸਵਾਦਾਂ ਦੇ ਵਿੱਚ, ਹੋਰ ਮਨੋਰਥਾਂ ਦੇ ਵਿੱਚ ਲੱਗ ਜਾਂਦੇ ਹਨ। ਨਾਨਕ ਕਹੂੰ ਨਾ ਸੀਜੀ, ਬਿਨ ਨਾਮੈ ਪਤ ਜਾਏ। ਜਿਹੜੇ ਲੋਕ ਪ੍ਰਮਾਤਮਾ ਨੂੰ ਛੱਡ ਕੇ, ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਲੱਗ ਜਾਂਦੇ ਹਨ, ਇਹ ਨਾਨਕ, ਉਹ ਕਿਤੇ ਵੀ ਕਾਮਯਾਬ ਨਹੀਂ ਹੁੰਦੇ, ਕਿਤੇ ਵੀ ਸਫਲ ਨਹੀਂ ਹੁੰਦੇ। ਤੇ ਇਸ ਤਰ੍ਹਾਂ ਫਿਰ ਨਾਮੈ ਪਤ ਜਾਏ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਦੀ ਜਿਹੜੀ ਬਚੀ ਖੁਚੀ ਇੱਜ਼ਤ, ਥੋੜੀ ਬਹੁਤੀ ਮਾਣ ਮਰਿਆਦਾ ਹੁੰਦੀ ਹੈ, ਉਹ ਵੀ ਖਤਮ ਹੋ ਜਾਂਦੀ ਹੈ। ਜਦੋਂ ਇੱਕ ਸਿੱਖ ਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਮੰਗਣਾ ਕੀ ਹੈ ਤੇ ਕੀ ਨਹੀਂ ਮੰਗਣਾ, ਉਹ ਬਿਨਾਂ ਮੰਗਣ ਤੋਂ ਹੀ ਦੇਈ ਜਾ ਰਿਹਾ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਅਸੀਂ 1-2 ਉਦਾਹਰਨਾਂ ਲੈ ਲੈਂਦੇ ਹਾਂ। ਮੰਗਣ ਮੰਗ ਤਾਂ ਏਕੇ ਮੰਗ, ਹੇ ਮੇਰੇ ਮਨ, ਜੇ ਤੂੰ ਮੰਗਣਾ ਹੀ ਹੈ, ਜੇ ਤੂੰ ਮੰਗਣ ਬਿਨਾਂ ਨਹੀਂ ਰਹਿ ਸਕਦਾ, ਤਾਂ ਇੱਕ ਪ੍ਰਮਾਤਮਾ ਦਾ ਨਾਮ ਮੰਗ, ਕੇਵਲ ਇੱਕ।
ਤਾਂ ਇੱਕੇ ਮੰਗ, ਇੱਕ ਨੂੰ ਮੰਗ, ਬਸ परमात्मा ਦੇ ਨਾਮ ਨੂੰ ਹੀ ਮੰਗਣਾ ਕਰ। ਅੱਗੇ ਇੱਕ ਹੋਰ ਉਦਾਹਰਨ ਹੈ ਜੀ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਾਰਿਆਂ ਨਾਲੋਂ ਜਿੰਨੀਆਂ ਤੇਰੀਆਂ ਮੰਗਾਂ ਹਨ ਉਹਨਾਂ ਨਾਲੋਂ ਜਿਹੜੀ ਤੇਰੀ ਮੰਗ ਹੈ ਉਹ ਸੁੰਦਰ ਕਿਹੜੀ ਹੈ ਜੀ? ਹਰ ਜਸ। ਤੇ ਉਹ ਮੰਗਣਾ ਕਿਦੋਂ ਹੈ? ਗੁਰ ਤੇ ਮੰਗਣਾ, ਗੁਰੂ ਕੋਲੋਂ ਹਰੀ ਦਾ ਜਸ ਮੰਗ। ਸਾਰੇ ਮੰਗਣਾ ਵਿੱਚੋਂ, ਸਾਰੀਆਂ ਤੇਰੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਵਿੱਚੋਂ ਜਿਹੜੀ ਸੁੰਦਰ ਮੰਗ ਹੈ ਉਹ ਆ ਪ੍ਰਮਾਤਮਾ ਦੇ ਨਾਮ ਨੂੰ ਮੰਗਣਾ। ਹੁਣ ਇੱਕ ਵਿਚਾਰ ਅਧੀਨ ਆਮ ਹੀ ਜਿਹੜੀ ਪ੍ਰਚਲਿਤ ਸਾਡੇ ਜਿਹਨੂੰ ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ ਜੀ, ਜਿਸ ਨੂੰ ਆਰਤੀ ਦਾ ਸ਼ਬਦ ਕਿਹਾ ਗਿਆ ਹੈ, ਗੋਪਾਲ ਤੇਰਾ ਆਰਤਾ। ਭਗਤ ਧੰਨਾ ਜੀ ਦਾ ਸ਼ਬਦ ਹੈ ਜੀ, हे ਗੋਪਾਲ, हे परमात्मा, मैं तेरे दर दा मंगता हाँ। भाव कि मैं केवल ते केवल जो कुछ मंगना है वो तैथों ही मंगना है, तुहातों ही मंगना है। फिर अगे जी वो उपदेश भी करते हैं, जो जन तुमरी भगत करन ते तिनके काज सवारता। जो सेवक तुहाडी भगती करते हैं उन्हां दे तू काज सवार दिंदा है, भाव बिगड़े कारज भी सवार दिंदा है। ये रहाव दा बंद है जी। अगे फिर वो मंगा करते हैं, दाल सीधा मांगो कि यो हमरा खुशी करे नित जियो, पणिया साधन नीका अनाज मंगो सत सीका। ये वैसे तो ਆਪਾਂ ਨੂੰ ਸਾਰਿਆਂ ਨੂੰ ਤਕਰੀਬਨ ਇਹਨਾਂ ਦੇ ਅਰਥ ਪਤਾ ਹੀ ਹੈ। ਗਊ ਭੈਂਸ ਮੰਗਾਉਣ ਲਵੇਰੀ, ਇੱਕ ਤਾਜਨ ਤੋਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਇਹ ਸਾਰੀਆਂ ਚੀਜ਼ਾਂ ਭਗਤ ਧੰਨਾ ਜੀ ਕੋਲ ਤਾਂ ਪਹਿਲਾਂ ਹੀ ਹਨ। ਜੇ ਦੇਖਿਆ ਜਾਵੇ ਤਾਂ ਪੈਰੀ ਜੁੱਤੀ ਹੈ। ਅਨਾਜ ਹਰ ਇੱਕ ਆਦਮੀ ਖਾਂਦਾ, ਭਾਵੇਂ ਇੱਕ ਨਾਸਤਕ ਵੀ ਹੋਵੇ, ਤੇ ਪ੍ਰਮਾਤਮਾ ਉਹਨਾਂ ਨੂੰ ਵੀ ਦੇਈ ਜਾ ਰਿਹਾ ਹੈ। ਅਸੀਂ ਰੋਜ਼ਾਨਾ ਹੀ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦਿੰਦਾ ਦੇ ਲੈਂਦੇ ਥੱਕ ਪਾਹੀਂ। ਦੇਣ ਵਾਲਾ ਦੇਈ ਜਾ ਰਿਹਾ ਤੇ ਲੈਣ ਵਾਲੇ ਲੈ ਕੇ ਥੱਕ ਜਾਂਦੇ ਹਨ। ਇਸ ਕਰਕੇ ਇਹ ਸ਼ੰਕਾ ਹੀ ਨਹੀਂ ਕਰਨੀ ਚਾਹੀਦੀ ਕਿ ਪ੍ਰਮਾਤਮਾ ਕਿਸੇ ਨੂੰ ਦਿੰਦਾ ਹੈ, ਕਿਸੇ ਨੂੰ ਨਹੀਂ ਦਿੰਦਾ। ਅਸੀਂ ਤਾਂ ਕੇਵਲ ਅਰਦਾਸ ਕਰਕੇ ਉਸਦਾ ਸ਼ੁਕਰਾਨਾ ਕਰਨਾ ਹੈ। ਸੋ ਭਗਤ ਜੀ ਅਖੀਰ ਤੇ ਇਹ ਕਹਿੰਦੇ ਆ ਜੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਜਿਹੜਾ ਲੈਵੈ ਸ਼ਬਦ ਹੈ ਨਾ, ਇਹ ਇੱਕ ਬੜਾ ਵਿਸ਼ੇਸ਼ ਧਿਆਨ ਮੰਗਦਾ। ਜੋ ਕੁਝ ਮੇਰੇ ਕੋਲ ਹੈ ਇਹ ਮੈਂ ਪ੍ਰਮਾਤਮਾ ਜੀ ਤੁਹਾਤੋਂ ਮੰਗ ਕੇ ਲਿਆ ਹੈ। ਲੈਵੈ ਮਾਨੇ ਲੈਂਦਾ ਹੈ। ਧੰਨਾ ਸੇਵਕ, ਇਹ ਮਾਲਕ ਜੀ, ਕਿਉਂਕਿ ਪਹਿਲਾਂ ਗੋਪਾਲ ਆ ਗਿਆ, ਇਹ ਗੋਪਾਲ ਜੀ, ਇਹ ਧੰਨਾ ਸੇਵਕ ਜੋ ਕੁਝ ਵੀ ਪ੍ਰਾਪਤ ਕਰਦਾ ਹੈ ਤੁਹਾਤੋਂ ਮੰਗ ਕੇ ਲੈਂਦਾ ਹੈ। ਭਾਵ ਇਹਦਾ ਇਹੀ ਹੈ ਜੀ ਵੀ ਜੋ ਕੁਝ ਮੇਰੇ ਕੋਲ ਹੈ ਇਹ ਮਾਲਕ ਜੀ ਉਹ ਤੁਹਾਡਾ ਹੀ ਦਿੱਤਾ ਹੋਇਆ ਹੈ। ਇਸ ਕਰਕੇ ਸਾਡੀਆਂ ਜਿਹੜੀਆਂ ਅਰਦਾਸਾਂ ਉਹਦੇ ਵਿੱਚ ਇਹ ਕਹਿਣਾ ਜੀ, ਲੜਕੇ ਦੀ ਦਾਤ ਬਖਸ਼ੋ ਜੀ, ਉਮਰ ਲੰਬੀ ਕਰੋ ਜੀ, ਉਹ ਧਨ ਦੌਲਤ ਬਖਸ਼ੋ ਜੀ, ਇਹ ਨਿਰਾਰਥਕ ਮੰਗਾਂ ਜੀ। ਉਹ ਪ੍ਰਮਾਤਮਾ ਤਾਂ ਸਾਰਿਆਂ ਤੇ ਕਿਰਪਾਲੂ ਹੈ, ਦਿਆਲੂ ਹੈ। ਸੋ ਉਹ ਬਿਨ ਮੰਗਿਆ ਸਭ ਕੁਝ ਦਿੰਦਾ ਹੈ ਜੀ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਧੰਨਵਾਦ ਵੀਰ ਜੀ। ਸਾਕਿਕਰ ਸਿੰਘ ਜੀ ਨੇ ਸੁਖਮਨੀ ਸਾਹਿਬ ਦੀ ਚੌਥੀ, ਪੰਜਵੀਂ ਅਸ਼ਟਪਦੀ ਔਰ ਹੋਰ ਸ਼ਬਦ ਦਾ ਰੈਫਰੈਂਸ ਦੇ ਕੇ ਪੂਰੇ ਵਿਸਥਾਰ ਨਾਲ ਅਰਦਾਸ ਦੀ ਗੱਲ ਕੀਤੀ। ਅਰਦਾਸ ਤੋਂ ਸਾਥ ਸੰਗਤ ਜੀ, ਅਸੀਂ ਕਿਉਂਕਿ ਸਾਰੇ ਤੋਂ ਮਾਤ ਪਿਤਾ ਹਮ ਬਾਰਕ ਤੇਰੇ, ਸਾਰਾ ਸੰਸਾਰ ਵਾਹਿਗੁਰੂ ਜੀ ਦੇ ਬੱਚੇ ਨੇ, ਤੇ ਇਸ ਕਰਕੇ ਜਿਸ ਤਰ੍ਹਾਂ ਬੱਚਾ ਆਪਣੇ ਬਾਪ ਕੋਲੋਂ ਦੁਨਿਆਵੀ ਤੌਰ ਤੇ ਆਪਾਂ ਦੇਖੀਏ ਤੇ ਕੋਈ ਵੀ ਚੀਜ਼ ਕਿਸੇ ਵੇਲੇ ਮੰਗ ਸਕਦਾ ਹੈ, ਆਪਣੇ ਮਨ ਦੀ ਗੱਲ ਕਰ ਸਕਦਾ। ਹਾਂ, ਜੇ ਪਿਤਾ ਨੂੰ ਮਾਤਾ ਨੂੰ ਯੋਗ ਲੱਗਦੀ ਹੈਗੀ ਤੇ ਦੇ ਦੇਗਾ। ਜੇ ਕੋਈ ਆਂਢੀ ਮੰਗਿਆ ਤੇ ਮਾਤਾ ਪਿਤਾ ਵੀ ਨਾ ਕਰ ਦੇਣਗੇ। ਇਸੇ ਤਰ੍ਹਾਂ ਵਾਹਿਗੁਰੂ ਜੀ ਸਾਡੇ ਪਿਤਾ ਨੇ। ਅਸੀਂ ਕੋਈ ਚੀਜ਼ ਵੀ ਕਿਸੇ ਵੇਲੇ ਮੰਗ ਸਕਦੇ ਹਾਂ, ਕੋਈ ਸਮਾਂ ਫਿਕਸ ਨਹੀਂ ਹੈ ਔਰ ਕੋਈ ਅਰਦਾਸ ਦੀ ਵਰਡਿੰਗ ਫਿਕਸ ਨਹੀਂ ਹੈ। ਸਵਾਏ ਜਿਹੜੀ ਸੰਗਤੀ ਅਰਦਾਸ ਕਰਨੀ ਹੈ ਉਹ ਸਾਡੀ ਰਹਿਤ ਮਰਿਆਦਾ 'ਚ ਲਿਖੀ ਹੈ। ਉਹਨੂੰ ਛੱਡ ਕੇ ਬਾਕੀ ਸੰਗਤੀ ਅਰਦਾਸ ਤੋਂ ਇਲਾਵਾ ਬਾਕੀ ਜਿਹੜੀ ਤੁਹਾਡੀ ਵਿਅਕਤੀਗਤ ਅਰਦਾਸ ਹੈ, ਇੰਡੀਵਿਜੂਅਲ ਅਰਦਾਸ ਹੈ, ਕਿਸੇ ਵੇਲੇ ਕਿਸੇ ਸਮੇਂ ਕਿਸੇ ਵੀ ਆਪਣਾ ਕਿਸੇ ਵੀ ਦਾਇਰੇ ਦੇ ਵਿੱਚ ਆਪਾਂ ਉਹ ਕਰ ਸਕਦੇ। ਤੋ ਸਤਿਗੁਰੂ ਜੀ ਜ਼ਰੂਰ ਸੁਣਦੇ ਨੇ। ਬਾਕੀ ਠੀਕ ਹੈ, ਇੱਕ ਗੱਲ ਹੋਰ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਹਰੇਕ ਦੀ ਆਪਣੀ ਅਵਸਥਾ ਹੁੰਦੀ ਹੈ। ਜਿਵੇਂ ਇੱਕ ਬਾਲਕ ਹੈ, ਉਹਦੀ ਅਵਸਥਾ ਹੈ ਖਿਡੌਣੇ ਮੰਗਣਾ, ਉਹ ਕਰਨਾ। ਜਵਾਨ ਦੀ ਕੁਝ ਹੋਰ ਹੁੰਦੀ ਹੈ ਔਰ ਮੈਚਿਓਰ ਬੰਦਾ ਜਿਸ ਵੇਲੇ ਮੈਚਿਓਰਿਟੀ ਤੇ ਉਹਦੀਆਂ ਮੰਗਾਂ ਕੁਝ ਹੋਰ ਹੁੰਦੀਆਂ। ਇਸੇ ਤਰ੍ਹਾਂ ਵਾਹਿਗੁਰੂ ਜੀ ਕੋਲੋਂ ਅਸੀਂ ਜੋ ਮਰਜ਼ੀ ਮੰਗ ਸਕਦੇ ਹਾਂ। ਹਾਂ, ਇਹ ਹੈ ਜਿਉਂ-ਜਿਉਂ ਆਤਮਿਕ ਉਚਾਈ ਹੋ ਜਾਏ ਫਿਰ ਬੰਦਾ ਦੁਨਿਆਵੀ ਮੰਗਾਂ ਤੋਂ ਆਪੇ ਟੁੱਟ ਜਾਂਦਾ ਹੈ। ਫਿਰ ਉਹਦੀ ਅਵਸਥਾ ਆ ਜਾਂਦੀ ਹੈ ਕਿ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗ।
तो सतगुरु जी कृपा करन ਅਸੀਂ ਜੋ ਵੀ ਗੱਲ ਹੈ ਦਿਲ ਖੋਲ ਕੇ ਵਾਹਿਗੁਰੂ ਜੀ ਨਾਲ ਕਰੀਏ। ਹਾਂ, ਇੱਕ ਗੱਲ ਜ਼ਰੂਰ ਹੈ, ਜਿਸ ਵੇਲੇ ਕੋਈ ਬੱਚਾ ਗੁਸਤਾਖ ਹੁੰਦਾ ਹੈ, ਮਾਤਾ ਪਿਤਾ ਦੇ ਆਖੇ ਨਹੀਂ ਲੱਗਦਾ, ਫਿਰ ਉਹਨੂੰ ਮਾਤਾ ਪਿਤਾ ਕੋਲ ਜਾ ਕੇ ਮੰਗਣ ਤੇ ਵੀ ਸ਼ਰਮ ਆਉਂਦੀ ਹੈ ਤੇ ਮਾਤਾ ਪਿਤਾ ਵੀ ਉਹਨੂੰ ਕਿਸ ਤਰ੍ਹਾਂ ਟਰੀਟ ਕਰਦੇ ਨੇ ਸਾਨੂੰ ਪਤਾ। ਇਸੇ ਤਰ੍ਹਾਂ ਜੇ ਸਾਡਾ ਕਿਰਦਾਰ ਚੰਗਾ ਹੈ, ਸਾਡਾ ਵਿਚਾਰ ਚੰਗਾ ਹੈ ਤੇ ਸਾਡਾ ਮਨ ਸਾਫ਼ ਹੈ ਤੇ ਵਾਹਿਗੁਰੂ ਜੀ ਕੋਲ ਅਸੀਂ ਜੋ ਮਰਜ਼ੀ ਮੰਗੀਏ। ਬ੍ਰਿਥੀ ਕੇ ਦਿਨ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਦਾਸ। ਇੱਕ ਵਾਰੀ ਫੇਰ ਵੀ ਕਿੱਕਰ ਸਿੰਘ ਜੀ ਦਾ ਧੰਨਵਾਦ। ਤੋ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਗੁਰਬਾਣੀ ਦੀ ਤੁਕ ਹੈ, ਜਿਹੜੀ ਆਸਾ ਕੀ ਵਾਰ ਚ ਆਪਾਂ ਸੁਣਦੇ ਹਾਂ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਇਹ ਸ਼ਬਦ, ਇਹ ਤੁਕ ਜਿਹੜੀ ਹੈ ਕਾਫੀ ਦੇਰ ਪਹਿਲਾਂ ਵੀ ਵਿਚਾਰ ਚ ਆਈ ਸੀਗੀ, ਪਰ ਅੱਜ ਹੁਣ ਫੇਰ ਸਾਨੂੰ ਕਿਸੇ ਵੀਰ ਨੇ ਸਵਾਲ ਭੇਜਿਆ ਵੀ ਅਗਰ ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ, ਤਾਂ ਇਹਦਾ ਇਲਾਜ ਵੀ ਆਪ ਹੀ ਹੈ। ਇਹ ਸਮਝ ਨਹੀਂ ਆਈ ਗੱਲ, ਤੇ MP ਸਿੰਘ ਜੀ ਕਿਰਪਾ ਕਰੋ ਇਸ ਜਿਹੜਾ ਸ਼ਲੋਕ ਹੈ ਇਹਨੂੰ ਕਿਰਪਾ ਕਰਕੇ ਖੋਲ ਕੇ ਸਮਝਾ ਦਿਓ ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਸ਼ਲੋਕ ਦੇ ਵਿੱਚੋਂ ਇਹ ਪੰਕਤੀ ਜਿਹਦੇ ਬਾਰੇ ਸਵਾਲ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਕਰਵਾਈ ਗਈ ਹੈ। ਗੁਰੂ ਅੰਗਦ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਹੈ, ਤੇ ਪਹਿਲਾਂ ਇਸ ਸ਼ਲੋਕ ਦਾ ਪਾਠ ਕਰ ਲੈਂਦੇ ਹਾਂ। ਮਹਿਲਾ ਦੂਜਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ, ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਪਇਆ ਕਿਰਤ ਫਿਰਾਏ। ਹਉਮੈ ਦੀਰਘ ਰੋਗ ਹੈ, दारू पी इस माहे। कृपा करे जे अपनी, ता गुर का शब्द कमाए। नानक कहे सुनो जनो, इत संजम दुख जाए। ਉਹ ਜਿਹੜੀ ਪੰਕਤੀ ਦੇ ਉੱਤੇ ਸਵਾਲ ਆਇਆ ਹੈ, ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਤੋਂ ਪਹਿਲਾਂ ਸੰਖੇਪ ਜੇ ਇੱਕ ਸ਼ਲੋਕ ਦੇ ਆਖਰੀ ਅਰਥ ਇੱਕ ਵਾਰੀ ਸੁਣ ਲੈਂਦੇ ਹਾਂ। ਹਉਮੈ ਦੀ ਗੁਰੂ ਸਾਹਿਬ ਇਸ ਸ਼ਲੋਕ ਦੇ ਅੰਦਰ ਵਿਆਖਿਆ ਕਰ ਰਹੇ ਹਨ ਕਿ ਹਉਮੈ ਦਾ ਸੁਭਾਅ ਇਹੀ ਹੈ ਕਿ ਜਿਹੜੇ ਜੀਵ ਹਉਮੈ ਦੇ ਅੰਦਰ ਫਸ ਜਾਂਦੇ ਹਨ, ਹਉਮੈ ਦੇ ਅਧੀਨ ਹੁੰਦੇ ਹਨ, ਉਹ ਉਹੀ ਕੰਮ ਕਰਦੇ ਹਨ ਜਿਹਦੇ ਵਿੱਚ ਉਹਨਾਂ ਨੂੰ ਆਪਣੇ ਆਪ ਦੀ ਪਰਮਾਤਮਾ ਤੋਂ ਵੱਖਰੀ ਹੋਂਦ ਮਹਿਸੂਸ ਹੁੰਦੀ ਰਹਿੰਦੀ ਹੈ। ਤੋ ਇਸੇ ਹਉਮੈ ਦੇ ਬੰਧਨ ਵਿੱਚ ਫਸੇ ਹੋਏ ਹੀ ਸਾਰੀ ਜ਼ਿੰਦਗੀ ਉਹ ਆਪਣੇ ਕੰਮ ਕਰਦੇ ਹਨ, ਤੇ ਫਿਰ ਕਿਉਂਕਿ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਨਹੀਂ ਹੈ, ਇੱਕਮਿਕ ਨਹੀਂ ਹੁੰਦੇ, ਤਾਂ ਫਿਰ ਜੋਨੀ ਪਾਏ, ਮੁੜ ਕੇ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਤੋ ਸਵਾਲ ਇਹ ਉੱਠਦਾ ਹੈ ਕਿ ਇਹ ਹਉਮੈ ਦਾ ਜੋ ਇਹ ਭਰਮ ਹੈ, ਇਹ ਕਿੱਥੋਂ ਪੈਦਾ ਹੁੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਦੂਰ ਹੋ ਸਕਦਾ ਹੈ। ਇਹ ਪਰਮਾਤਮਾ ਦੀ ਆਪਣੀ ਹੀ ਰਜ਼ਾ, ਉਹਦੇ ਹੁਕਮ ਦੀ ਖੇਡ ਹੈ ਕਿ ਜਦੋਂ ਇਹ ਜੀਵ ਦਾ ਜਨਮ ਪੈਂਦਾ ਹੈ, ਜਨਮ ਹੁੰਦਾ ਹੈ, ਉਹਦੀ ਲਿਵ ਪਰਮਾਤਮਾ ਤੋਂ ਛੁੱਟ ਜਾਂਦੀ ਹੈ ਤੇ ਉਹਦੇ ਅੰਦਰ ਹਉਮੈ ਜਿਹੜੀ ਹੈ ਉਹਦਾ ਪ੍ਰਭਾਵ ਪੈ ਜਾਂਦਾ ਹੈ। ਜਿਵੇਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹੀ ਹਾਂ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਦਾ ਅਮਰ, ਮਾਇਆ ਦਾ ਜ਼ੋਰ ਕੀ ਹੈ? ਇਹ ਹਉਮੈ ਹੀ ਦੇ ਰੂਪ ਵਿੱਚ ਹੀ ਜੀਵ ਦੇ ਉੱਤੇ ਹਾਵੀ ਹੋ ਜਾਂਦਾ ਹੈ। ਉਹ ਇਹ ਜੀਵ ਦੇ ਪਿਛਲੇ ਕੀਤੇ ਗਏ ਕੰਮਾਂ ਦੇ ਸੰਸਕਾਰਾਂ ਦੇ ਅਨੁਸਾਰ ਉਹਦੇ ਉੱਤੇ ਇਹ ਹਉਮੈ ਦਾ ਪ੍ਰਭਾਵ ਰਹਿੰਦਾ ਹੈ। ਤਾਂ ਹਉਮੈ ਇਹੋ ਹੁਕਮ ਹੈ, ਪਿਆ ਕਿਰਤ ਫਿਰਾ। ਪਿਆ ਕਿਰਤ ਤੋਂ ਭਾਵ ਹੈ ਜਿਹੜੇ ਪਿਛਲੇ ਸੰਸਕਾਰ ਹਨ, ਉਹਦੇ ਮੁਤਾਬਕ ਹੀ ਜੀਵ ਉਹਨਾਂ ਹੀ ਸੰਸਕਾਰਾਂ ਦੇ ਅਧੀਨ ਮੁੜ ਕੇ ਫਿਰ ਹਉਮੈ ਦੇ ਵਿੱਚ ਲਿਪਟੇ ਹੋਏ ਆਪਣੇ ਜ਼ਿੰਦਗੀ ਦੇ ਕਰਮ ਕਰਦੇ ਰਹਿੰਦੇ ਹਨ। ਤਾਂ ਇਹ ਹੈ ਬੜਾ ਦੀਰਘ ਰੋਗ, ਲੰਮਾ ਰੋਗ ਹੈ। ਦੁਨੀਆ ਦੇ ਵਿੱਚ ਵੀ, ਦੁਨੀਆ ਵਿੱਚ ਸਾਨੂੰ ਦੁਨੀਆਦਾਰੀ ਦੇ ਅੰਦਰ ਕੋਈ ਸਰੀਰਕ ਰੋਗ ਵੀ ਹੁੰਦਾ ਜਿਹੜਾ ਲੰਬਾ ਚੱਲੇ, ਤਾਂ ਉਹਦੇ ਵਾਸਤੇ ਵੀ ਕਿਹਾ ਜਾਂਦਾ ਵੀ ਦੀਰਘ ਰੋਗ ਹੈ, ਵੀ ਇਹਨੂੰ ਠੀਕ ਹੋਣ 'ਚ ਬਹੁਤ ਲੰਬਾ ਟਾਈਮ ਲੱਗਦਾ ਹੈ। ਜਿਵੇਂ ਕਿਸੇ ਨੂੰ ਪੁਰਾਣੇ ਜ਼ਮਾਨੇ ਜਿਵੇਂ TB ਹੋ ਜਾਂਦੀ ਸੀ, ਨਿਮੋਨੀਆ ਹੋ ਜਾਂਦਾ ਸੀਗਾ, ਤੇ ਉਹ ਬੜੇ ਲੰਬਾ ਟਾਈਮ ਚੱਲਦੇ ਸੀਗੇ।
ਕਿਸੇ ਨੂੰ ਅਧਰੰਗ ਹੋ ਜਾਂਦਾ ਸੀ, ਉਹ ਵੀ ਬਹੁਤ ਲੰਬਾ ਚਿਰ ਚੱਲਦਾ ਸੀ। ਉਹ ਇਹ ਦੀਰਘ ਰੋਗ ਗਿਣੇ ਜਾਂਦੇ ਸੀ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਵੀ ਦੀਰਘ ਰੋਗ ਹੈ, ਕਿਉਂਕਿ ਇਹ ਕਈਆਂ ਜਨਮਾਂ ਤੋਂ ਸਾਡੇ ਨਾਲ ਤੁਰਿਆ ਆਉਂਦਾ ਹੈ। ਪਰ ਗੁਰੂ ਸਾਹਿਬ ਇੱਥੇ ਅਸ਼ੋਰੈਂਸ ਦੇ ਰਹੇ ਹਨ ਕਿ ਹਉਮੈ ਦੀਰਘ ਰੋਗ ਹੈ, दारू ਵੀ ਇਸਮਾ ਹੈ। ਇੱਥੇ ਜੋ ਆਮ ਲੋਕਾਂ ਦੇ ਮਨਾਂ ਦੇ ਵਿੱਚ ਅਰਥ ਬੈਠੇ ਹੋਏ ਹਨ, ਉਹ ਇਹ ਕਿ ਬਈ ਹਉਮੈ ਦੀਰਘ ਰੋਗ ਹੈ ਤੇ दारू ਵੀ ਇਸ ਦੇ ਅੰਦਰ ਹੈ। ਉਹ ਮਾਹੇ ਦੇ ਅਰਥ ਕਰਦੇ ਹਨ ਅੰਦਰ। ਇਹ ਠੀਕ ਹੈ ਜੋ ਬਹੁਤੀਆਂ ਪੰਕਤੀਆਂ ਦੇ ਮਾਹੇ ਲਫ਼ਜ਼ ਜਿਹੜਾ ਹੈ ਵਿੱਚ ਅੰਦਰ ਇਹਨਾਂ ਅਰਥਾਂ ਦੇ ਵਿੱਚ ਹੀ ਵਰਤਿਆ ਗਿਆ ਹੈ। ਪਰ ਇਹ ਮਾਹੇ ਲਫ਼ਜ਼ ਦਾ ਇਸਤੇਮਾਲ ਇਹਦੇ ਨਾਲ ਦੇ ਰਲਦੇ ਮਿਲਦੇ ਇੱਕ ਹੋਰ ਅਰਥ ਵਿੱਚ ਵੀ ਹੁੰਦਾ ਹੈ, ਜੋ ਹੈ ਦਾ। ਖਾਸ ਤੌਰ ਤੇ ਹਰਿਆਣਵੀ ਲੋਕ ਜਿਹੜੇ ਹਨ, ਹਰਿਆਣਾ ਦੇ ਜਿਹੜੇ ਭਾਸ਼ਾ ਬੋਲਦੇ ਹਨ, ਉਹ ਇਹ ਮਾਹੇ ਲਫ਼ਜ਼ ਦਾ ਇਸਤੇਮਾਲ ਕਰਦੇ ਹਨ ਦਾ ਜਾਂ ਕਾ ਦੇ ਅਰਥਾਂ ਦੇ ਅੰਦਰ। ਇਸ ਮਾਹੇ ਜਿਹੜਾ ਉੱਥੇ ਉਹਨਾਂ ਦਾ ਮਤਲਬ ਹੁੰਦਾ ਇਸ ਦਾ, ਇਸ ਕਾ। ਤੋ ਉਸੇ ਸੈਂਸ ਵਿੱਚ ਹੀ ਇੱਥੇ ਗੁਰੂ ਸਾਹਿਬ ਨੇ ਵੀ ਇਸ ਮਾਹੇ ਲਫ਼ਜ਼ ਨੂੰ ਇਸਤੇਮਾਲ ਕੀਤਾ ਹੈ ਕਿ ਵੀ ਹਉਮੈ ਹੈ ਤਾਂ ਲੰਬਾ ਰੋਗ ਹੈ, ਦੀਰਘ ਰੋਗ ਹੈ, ਪਰ ਇਹ ਲਾ ਇਲਾਜ ਨਹੀਂ ਹੈ, ਇਸ ਦਾ ਇਲਾਜ ਹੈ। ਦੂਸਰੀ ਗੱਲ ਇੱਕ ਹੋਰ ਨੋਟ ਕਰਨ ਵਾਲੀ ਹੈ ਕਿ ਜਿੱਥੇ ਲਫ਼ਜ਼ ਪੀ ਆ ਜਾਂਦਾ ਹੈ, दारू ਪੀ, ਤਾਂ ਉੱਥੇ ਜਿਸ ਅੱਖਰ ਦੇ ਪਿੱਛੋਂ ਪੀ ਲੱਗਿਆ ਹੋਇਆ ਹੁੰਦਾ ਹੈ, ਜ਼ੋਰ ਉਸ ਲਫ਼ਜ਼ ਦੇ ਉੱਤੇ ਦੇਣਾ ਹੁੰਦਾ ਹੈ ਤੇ ਅਰਥ ਕਰਨ ਲੱਗਿਆ ਵੀ ਧਿਆਨ ਉਸੇ ਲਫ਼ਜ਼ ਦੇ ਉੱਤੇ ਰੱਖਣਾ ਹੁੰਦਾ ਹੈ। ਉਹ ਇੱਥੇ दारू ਤੋਂ ਬਾਅਦ ਆਇਆ ਹੈ ਪੀ, ਪਰ ਲੋਕੀ ਇਹਦੇ ਅਰਥ ਕਰਨ ਲੱਗਿਆ ਕੀ ਕਰਦੇ ਆ, ਜ਼ੋਰ ਉਹਨਾਂ ਦਾ ਇਸ ਦੇ ਉੱਤੇ ਹੁੰਦਾ, ਇਸ ਮਾਏ, ਇਹਦੇ ਅੰਦਰ, ਇਸ ਮਾਏ ਨਹੀਂ ਹੈ। दारू पी है, दारू भी है, इस माए, इस दा। तो हौमे दीर्घ रोग है, दारू भी इस माए, तो है तो ये लंबा रोग है, पर ये ला इलाज नहीं है, इसका इलाज है, इस माहे इलाज है, इसका इलाज है। तो किस तरह का इलाज है, वो गल अगली पंक्ति गुरु साहब होर स्पष्ट भी कर रहे हैं कि कृपा करे जे अपनी और गुर का शब्द कमाए। जिन्हां दे उत्ते परमात्मा बख्शिश करदा, किरपा करदा है, ਤਾਂ ਜੀਵ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਜੀਵਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਜਿਹੜਾ ਪਹਿਲਾ ਸ਼ਲੋਕ ਦੀ ਪਹਿਲੀ ਤੀਸਰੀ ਪੰਕਤੀ ਦੇ ਅੰਦਰ ਗੁਰੂ ਸਾਹਿਬ ਨੇ ਸਵਾਲ ਕੀਤਾ ਸੀ ਕਿ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਕਿਤ ਸੰਜਮ, ਕਿਹੜੇ ਤਰੀਕੇ ਦੇ ਨਾਲ, ਕਿਸ ਤਰਤੀਬ ਦੇ ਨਾਲ, ਕਿਸ ਢੰਗ ਦੇ ਨਾਲ ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਜਾ ਸਕਦਾ ਹੈ, ਖਤਮ ਹੋ ਸਕਦਾ ਹੈ। ਉਹਦਾ ਜਵਾਬ ਆਖਰੀ ਪੰਕਤੀ ਗੁਰੂ ਸਾਹਿਬ ਨੇ ਦੇ ਦਿੱਤਾ ਹੈ ਕਿ ਨਾਨਕ ਕਹੈ ਸੁਣੋ ਜਨੋ, ਸਤਸੰਗੀਓ ਇਹ ਜਨੋ ਸੁਣੋ। ਨਾਨਕ ਦਾਸ ਇਹ ਬੇਨਤੀ ਕਰਦਾ ਹੈ ਕਿ ਇਤ ਸੰਜਮ ਦੁਖ ਜਾਏ। ਕਿਸ ਸੰਜਮ, ਉਹ ਜਿਹੜਾ ਉੱਪਰ ਦੱਸਿਆ ਹੈ ਕਿ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਿਨ੍ਹਾਂ ਜੀਵਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹ ਸ਼ਬਦ ਦੀ ਕਮਾਈ ਕਰਦੇ ਹਨ। ਤੇ ਹੁਣ ਪਰਮਾਤਮਾ ਦੀ ਕਿਰਪਾ ਕਿਵੇਂ ਹੋਵੇ, ਕਈ ਲੋਕ ਇਹ ਵੀ ਸਵਾਲ ਕਰਦੇ ਹਨ ਵੀ ਪਰਮਾਤਮਾ ਦੀ ਕਿਰਪਾ ਦਾ ਕੀ ਢੰਗ ਹੈ। ਤੇ ਉਹਦੇ ਕਿਰਪਾ ਦੇ ਪਾਤਰ ਬਣਨ ਦੇ ਵਾਸਤੇ ਸੇਧ ਦਿੱਤੀ ਗਈ ਹੈ ਕਿ ਗੁਰਮੁਖ ਬਣ ਕੇ ਆਪਣੀ ਪੂਰੀ ਸ਼ਰਧਾ ਦ੍ਰਿੜਤਾ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣਨਾ ਤੇ ਉਸ ਉਪਦੇਸ਼ ਦੀ ਕਮਾਈ ਕਰਨਾ, ਇਹੀ ਢੰਗ ਹੈ ਗੁਰੂ ਦੀ ਬਖਸ਼ਿਸ਼ ਦਾ ਤੇ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣਨ ਦਾ। तो ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਸਨਮੁਖ ਹੁੰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਨੂੰ ਸੁਣ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਉਹ ਪਰਮਾਤਮਾ ਦੀ ਕਿਰਪਾ ਦਾ ਪਾਤਰ ਹੁੰਦਾ ਹੈ। ਸੋ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। तो गुरु ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਪਰਮਾਤਮਾ ਬਖਸ਼ਿਸ਼ ਕਰਦਾ ਹੈ। ਔਰ ਇਸ ਢੰਗ ਦੇ ਨਾਲ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਦੁੱਖ ਹੈ, ਇਹ ਨਾਸ਼ ਹੋ ਜਾਂਦਾ ਹੈ। ਸੋ ਜੋ ਮੇਨ ਸਵਾਲ ਸੀ ਸ਼ਲੋਕ ਦੇ ਅੰਦਰ ਕਿ ਹਉਮੈ ਦੇ ਬਾਰੇ ਕਿਤ ਸੰਜਮੇ ਜਾਏ, ਕਿਸ ਤਰੀਕੇ ਦੇ ਨਾਲ ਇਹ ਹਉਮੈ ਦਾ ਰੋਗ ਜਾ ਸਕਦਾ ਹੈ, ਉਹ ਤਰੀਕਾ ਹੈ कि गुर का शब्द कमाए। और यही ढंग जे अखीरली पंक्ति गुरु साहब ने स्पष्ट कर दिता है कि इत संयम दुख जाए। ये रोग इस तरीके दे नाल चला जाता है। गुरबाणी च होर भी कई जगह के उत्ते इसे तरीके दे नाल गल दसी गई है कि हौमै निवरै गुर शब्द विचारै,
ਚੰਚਲ ਮਤ ਤਿਆਗੈ ਪੰਚ ਸੰਘਾਰੈ। ਕਿ ਗੁਰਮੁਖ ਜਿਹੜੇ ਹੁੰਦੇ ਹਨ ਉਹ ਇਸੇ ਤਰੀਕੇ ਦੇ ਨਾਲ ਹੀ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਦੇ ਹਨ। ਇਵੇਂ ਹੀ ਇੱਕ ਹੋਰ ਜਗ੍ਹਾ ਕਹਿੰਦੇ ਹਨ ਕਿ ਨਾਨਕ ਨਾਮ ਰਤੇ ਤਿਨ ਹਉਮੈ ਗਈ ਸੱਚੇ ਰਹੇ ਸਮਾਏ। ਤੋ ਪ੍ਰਭੂ ਦਾ ਨਾਮ, ਗੁਰੂ ਦਾ ਉਪਦੇਸ਼, ਕਿਉਂਕਿ ਗੁਰੂ ਦਾ ਉਪਦੇਸ਼ ਪ੍ਰਭੂ ਦੇ ਨਾਮ ਦੇ ਨਾਲ ਹੀ ਜੋੜਦਾ ਹੈ। ਤੋ ਗੁਰੂ ਦਾ ਉਪਦੇਸ਼, ਗੁਰੂ ਦੇ ਸ਼ਬਦ ਦੀ ਕਮਾਈ, ਪ੍ਰਭੂ ਦੇ ਨਾਮ ਦੇ ਨਾਲ ਜੁੜਨਾ, ਇਹੀ ਢੰਗ ਹਨ ਆਪਣੇ ਅੰਦਰੋਂ ਹਉਮੈ ਦਾ ਰੋਗ ਨੂੰ ਖਤਮ ਕਰਨ ਦੇ। ਤੋ ਇਹ ਜਿਹੜਾ ਜਨਮ ਮਰਨ ਦਾ ਗੇੜ ਜਿਸ ਦਾ ਹਉਮੈ ਦੇ ਕਰਕੇ ਹੁੰਦਾ ਹੈ, ਇਸ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤਰੀਕੇ ਦੇ ਨਾਲ ਜੋ ਜਨਮ ਮਰਨ ਦਾ ਦੁੱਖ ਹੈ ਉਹ ਵੀ ਨਾਸ ਹੋ ਜਾਂਦਾ ਹੈ। ਤੋ ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਪੱਤੇ ਦੀ ਗੱਲ ਵੀਰ ਜੀ ਨੇ ਸਮਝਾਈ ਹੈ ਕਿ ਇਸ ਮਾਹੇ, ਇੱਥੇ ਆ ਕੇ ਕਨਫਿਊਜ਼ ਹੁੰਦਾ ਹੈ। ਮਾਹੇ ਦਾ ਮਤਲਬ ਵਿੱਚ ਨਹੀਂ ਹੈ, ਵੀਰ ਜੀ ਨੇ ਬੜਾ ਸਪਸ਼ਟ ਦੱਸਿਆ ਦਾ, ਕਿ ਇਸ ਦਾ ਦਾਰੂ ਵੀ ਹੈ। ਤੇ ਦਾਰੂ ਵੀ ਅਗਲੀਆਂ ਤੁਕਾਂ ਜੋ ਵੀਰ ਜੀ ਨੇ ਪੂਰੀ ਉਹਨਾਂ ਦੇ ਅਰਥ ਕਰਕੇ ਸਮਝਾਏ ਨੇ। ਤਾਂ ਗੱਲ ਤੇ ਹੈ ਵੀ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੋਵੇ ਤੇ ਉਹਦੇ ਲਈ ਬੰਦੇ ਨੂੰ ਯੋਗ ਬਣਨਾ ਪੈਂਦਾ। ਤੋ ਜੇਕਰ ਅਸੀਂ ਹਉਮੈ ਤੋਂ ਹੀ ਜਾਂ ਰੋਗ ਤੋਂ ਛੁਟਕਾਰਾ ਪਾਣਾ ਹੈ ਤੇ ਉਹਦੇ ਯੋਗ ਬਣਨਾ ਹੈ। ਤੋ ਜਿਸ ਤਰ੍ਹਾਂ ਕੋਈ ਸਰੀਰਕ ਕਸ਼ਟ ਆ ਜਾਂਦਾ ਹੈ ਤੇ ਡਾਕਟਰ ਸਾਹਿਬ ਸਾਨੂੰ ਜਿੱਥੇ ਦਵਾਈ ਦਿੰਦੇ ਨੇ ਉੱਥੇ ਨਾਲ ਪਰਹੇਜ਼ ਦੱਸਦੇ ਨੇ। ਇਸੇ ਤਰ੍ਹਾਂ ਜਿਹੜੇ ਆਤਮਿਕ ਜਾਂ ਮਾਨਸਿਕ ਰੋਗ ਨੇ, ਜਾਂ ਸਾਨੂੰ ਜਿਹੜੇ ਇਹ ਹਉਮੈ ਵਰਗੇ ਰੋਗ ਨੇ, ਇਹਨਾਂ ਲਈ ਵੀ ਗੁਰੂ ਦੀ ਦੱਸੀ ਜੋ ਦਵਾਈ ਹੈ, ਸਰਬ ਰੋਗ ਕਾ ਉਹ ਖਦਨਾਮ, ਨਾਮ ਜਪਣਾ। ਨਾਮ ਜਪਣ ਤੋਂ ਭਾਵ ਹੈ ਕਿ ਸਾਡਾ ਜੀਵਨ ਕਿਰਦਾਰ ਏਡਾ ਵਧੀਆ ਹੋਵੇ, ਸਾਡਾ ਕਿਰਦਾਰ ਵਿਚਾਰ ਏਡਾ ਵਧੀਆ ਹੋਵੇ, ਸਾਫ਼ ਹੋਵੇ। ਜੋ ਮਨ ਨਿਰਮਲ ਹੋਏਗਾ ਤੇ ਇਹ ਜਿਹੜੇ ਸਾਡੇ ਹਉਮੈ ਵਰਗੇ ਰੋਗ ਨੇ ਉਹ ਆਪਣੇ ਆਪ ਖਤਮ ਹੋ ਜਾਣਗੇ। ਸਤਿਗੁਰੂ ਕਿਰਪਾ ਕਰਨ। ਅਸੀਂ ਜੋ ਬਾਣੀ ਸੁਣਦੇ ਹਾਂ, ਸੁਣਦੇ ਤੇ ਬੜੀਆਂ ਬਾਣੀ, ਜੇਕਰ ਇਹ ਤੇ ਚੱਲਣਾ ਸ਼ੁਰੂ ਕਰ ਦਿਆਂਗੇ ਤੇ ਫਿਰ ਜੋ ਆਨੰਦ ਆਏਗਾ ਤਾਂ ਉਹ ਕੋਈ ਵੱਖਰਾ ਹੀ ਹੋਏਗਾ। ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ। ਵੀਰ MP ਸਿੰਘ ਦਾ ਬਹੁਤ ਬਹੁਤ ਧੰਨਵਾਦ। ਇੱਕ ਸਵਾਲ ਹੋਰ ਸਾਧ ਸੰਗਤ ਜੀ ਜਿਹੜਾ ਅਗਲਾ ਹੈ ਉਹ ਇਹ ਹੈ ਕਿ ਪਿਛਲੀ ਵਾਰੀ ਜਦ ਚੱਲ ਰਹੀ ਸੀ, ਵਿਚਾਰ ਚੱਲ ਰਹੀ ਸੀ, ਤਾਂ ਵੀਰ ਦਵਿੰਦਰ ਸਿੰਘ ਜੀ ਨੇ ਇਹ ਸਵਾਲ ਪਾਇਆ ਸੀ ਵੀ ਕਿਹਾ ਜਾਂਦਾ ਹੈ ਕਿ ਗੁਰਿਆਈ ਦੀ ਜ਼ਿੰਮੇਵਾਰੀ ਦੇਣ ਸਮੇਂ ਗੁਰੂ ਸਾਹਿਬਾਨ ਨੂੰ ਦਸਤਾਰ ਭੇਟ ਕੀਤੀ ਜਾਂਦੀ ਸੀ। ਤੇ ਆਇਆ ਦਸਤਾਰ ਭੇਟ ਕੀਤੀ ਜਾਂਦੀ ਸੀ ਕਿ ਨਹੀਂ, ਜਾਂ ਆਦਾ ਕੋਈ ਮਹੱਤਵ ਹੈ? ਤੇ ਭੈਣ ਮਨਿੰਦਰ ਕੌਰ ਜੀ, ਤੁਹਾਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਅਨਮਿਊਟ ਕਰ ਲਓ ਔਰ ਇਹਦਾ ਉੱਤਰ ਦੇ ਦਿਓ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਹੈ ਕਿ ਸਵਾਲ ਜਿਹੜਾ ਆਇਆ ਹੈ ਕਿ ਗੁਰਿਆਈ ਦੀ ਜ਼ਿੰਮੇਵਾਰੀ ਦੇਣ ਸਮੇਂ ਦਸਤਾਰ ਭੇਟ ਕੀਤੀ ਜਾਂਦੀ ਸੀ। ਤੇ ਸਭ ਤੋਂ ਪਹਿਲਾਂ ਤਾਂ ਇਹ ਸਮਝ ਲਈਏ ਕਿ ਦਸਤਾਰ ਜ਼ਿੰਮੇਵਾਰੀ ਦੀ ਸੂਚਕ ਹੈ। ਤੇ ਜਿੱਥੋਂ ਤੱਕ ਰਹਿਤ ਮਰਿਆਦਾ ਦਾ ਸੰਬੰਧ ਹੈ ਉਹ ਹੈ, ਤੇ ਦਸਤਾਰ ਦੀ ਗੱਲ ਗੁਰਮਤ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਹੈ। ਮਰਿਆਦਾ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ ਹੈ, ਪਰ ਇਹ ਗੱਲ ਪੰਜਵੇਂ ਪਾਤਸ਼ਾਹ ਨਾਲ ਹੀ ਜੋੜੀ ਗਈ ਹੈ। ਨਾ ਹੀ ਇਸ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ 10ਵੇਂ ਪਾਤਸ਼ਾਹ ਤੱਕ ਇਸ ਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਇਤਿਹਾਸ ਵਿੱਚ ਨਹੀਂ ਮਿਲਦੀ ਹੈ। ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੱਦੀ ਦਾ ਵਾਰਿਸ ਗੁਰੂ ਅਰਜਨ ਸਾਹਿਬ ਜੀ ਨੂੰ ਥਾਪ ਦਿੱਤਾ ਸੀ। ਤੇ ਉਹਨਾਂ ਤੋਂ ਬਾਅਦ ਜਦੋਂ ਬਿਰਾਦਰੀ ਦੀ ਦਸਤਾਰ ਗੁਰੂ ਅਰਜਨ ਸਾਹਿਬ ਜੀ ਨੂੰ ਦੇਣ ਲੱਗੇ ਤਾਂ ਪ੍ਰੀਤੀ ਚੰਦ ਨੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ, ਪਿਤਾ ਪੁਰਖੀ ਦਸਤਾਰ ਮੇਰੀ ਬਣਦੀ ਹੈ, ਇਹ ਮੇਰਾ ਹੱਕ ਹੈ। ਤੇ ਫਿਰ ਗੁਰੂ ਸਾਹਿਬ ਜੀ ਨੇ ਕਿਹਾ, ਗੁਰੂ ਸਾਹਿਬ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਇਹ ਦਸਤਾਰ ਪ੍ਰੀਤੀ ਚੰਦ ਨੂੰ ਦੇ ਦਿੱਤੀ ਜਾਏ। ਤੇ ਫਿਰ ਦਸਤਾਰ ਪ੍ਰੀਤੀ ਚੰਦ ਨੂੰ ਦੇਣ ਨਾਲ ਇਹ ਹੈ ਕਿ ਪਿਤਾ ਗੁਰੂ ਰਾਮਦਾਸ ਜੀ ਦੁਆਰਾ ਸੌਂਪੀ ਗਈ ਜਿਹੜੀ ਗੁਰੂ ਗੱਦੀ ਦੀ ਜ਼ਿੰਮੇਵਾਰੀ ਹੈ ਉਹ ਤਾਂ ਮੇਰੀ ਹੀ ਹੈ, ਉਹ ਤਾਂ ਨਹੀਂ ਬਦਲ ਜਾਂਦੀ। ਤੇ ਇਸ ਲਈ ਬਰਾਦਰੀ ਦੀ ਜੋ ਦਸਤਾਰ ਸੀ ਉਹ ਪ੍ਰੀਤੀ ਚੰਦ ਨੂੰ ਦਿੱਤੀ ਗਈ ਸੀ। ਤੇ ਸਾਰੇ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਕੋਈ ਵੱਖਰੀ ਦਸਤਾਰ ਨਹੀਂ ਦਿੱਤੀ ਗਈ ਸੀ। ਤੇ ਇਸ ਬਾਬਤ ਸਤਬੀਰ ਸਿੰਘ ਜੀ, ਵੀਰ ਸਿੰਘ ਜੀ ਨੇ ਵੀ ਲਿਖਿਆ ਹੈ, ਪ੍ਰੋਫੈਸਰ ਗੰਡਾ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਮਰਿਆਦਾ ਤੇ, ਪਰ ਮਰਿਆਦਾ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਹੈ। ਇਤਨਾ ਹੀ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬਾਨ ਨੂੰ ਗੁਰੂ ਗੱਦੀ ਦੇਣ ਸਮੇਂ ਸਦਾ ਪਹਿਲੇ ਗੁਰੂ ਦੁਆਰਾ ਗੁਰਬਾਣੀ ਦਾ ਜੋ ਖਜ਼ਾਨਾ ਸੀ ਉਸ ਦੀ ਜ਼ਿੰਮੇਵਾਰੀ ਸੌਂਪ ਕੇ
ਉਸ ਅੱਗੇ ਮੱਥਾ ਟੇਕ ਦਿੱਤਾ ਜਾਂਦਾ ਸੀ। ਹਾਲਾਂਕਿ ਬਹੁਤ ਸਾਰੀਆਂ ਮਨਮਤ ਦੀਆਂ ਗੱਲਾਂ ਨਾਲ ਜੋੜ ਦਿੱਤੀਆਂ ਗਈਆਂ ਹਨ। ਇਹ ਸਾਡੀ ਤਰਾਸਦੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਠੀਕ ਤਰ੍ਹਾਂ ਨਹੀਂ ਸੰਭਾਲਿਆ ਹੈ, ਇਸ ਲਈ ਇਸ ਵਿੱਚ ਰਲਗੰਢ ਹੁੰਦੀ ਜਾ ਰਹੀ ਹੈ। ਸੋ ਇਤਨੇ ਹੀ ਬਚਨ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜਿਸ ਵੇਲੇ ਗੁਰਗੱਦੀ ਦਿੱਤੀ ਜਾਂਦੀ ਸੀ ਤਾਂ ਸਾਨੂੰ ਕਈ ਪ੍ਰਮਾਣ ਵੀ ਐਸੇ ਮਿਲਦੇ ਨੇ ਕਿ ਜਿਹੜੀ ਪੋਥੀ ਸਾਹਿਬ ਹੈ ਉਹ ਦੇ ਦਿੱਤੀ ਜਾਂਦੀ ਸੀ। ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਤਨੀ ਬਾਣੀ ਦੀ ਰਚਨਾ ਕੀਤੀ ਜਾਂ ਇਕੱਤਰ ਕੀਤੀ, ਉਹ ਬਾਬਾ ਲਹਿਣਾ ਜੀ ਨੂੰ ਗੁਰਵਾਈ ਦੇ ਸਭੇ ਉਹ ਅਸਲ ਖਜ਼ਾਨਾ ਉਹੀ ਸੀ। ਤੇ ਜੋਤ ਆਪਣੀ ਜਿਹੜੀ ਹੈ ਇੱਕ ਜੋਤ ਤੋਂ ਦੂਜੀ ਜੋਤ ਚਲ ਗਈ। ਬਾਕੀ ਹੈ ਸਾਧ ਸੰਗਤ, ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੇਖਕ ਹੁੰਦੇ ਨੇ, ਇਤਿਹਾਸ ਲਿਖਣ ਵਾਲੇ ਜਾਂ ਸਾਡੇ ਵਰਗੇ ਜਿਹੜੇ ਕਥਾ ਵਾਰਤਾ ਕਰਦੇ ਨੇ, ਕਈ ਵਾਰੀ ਚੀਜ਼ਾਂ ਰੋਚਕ ਬਣਾਉਣ ਲਈ ਕੋਲੋਂ ਗੱਲਾਂ ਲਾਉਂਦੇ ਨੇ ਵੀ 5 ਪੈਸੇ ਤੇ ਨਰੇਲ ਰੱਖਿਆ ਜੀ। ਹਾਲਾਂਕਿ ਕੋਈ ਇਹਦਾ ਕੋਈ ਵਿਧਾਨ ਨਹੀਂ ਹੈ ਵੀ 5 ਪੈਸੇ ਤੇ ਨਰੇਲ ਹੈ। ਇਹ ਮਤਲਬ ਆ ਵੀ ਕੋਈ ਹੈ ਨਹੀਂ ਗੱਲ। ਉਂਝ ਰੋਚਕ ਬਣਾਉਣ ਲਈ ਜਾਂ ਜਿਹੜੀਆਂ ਰਸਮਾਂ ਅਨਮਤੀਆਂ ਚਲਦੀਆਂ ਨੇ ਉਹਨਾਂ ਦੀ ਕਾਪੀ ਕਰਕੇ ਇੱਧਰ ਪੇਸਟ ਕੀਤਾ ਜਾਂਦਾ ਹੈ। ਅਸਲ ਗੱਲ ਤੇ ਇਹ ਹੈ ਕਿ ਗੁਰਿਆਈ ਜਿਹੜੀ ਭੈਣ ਜੀ ਨੇ ਗੱਲ ਦੱਸੀ, ਪੱਤੇ ਦੀ ਗੱਲ ਤੇ ਇਹੀ ਹੈ ਕਿ ਜਿਹੜਾ ਬਾਣੀ ਦਾ ਖਜ਼ਾਨਾ ਹੈ ਉਹ ਦਿੱਤਾ ਜਾਂਦਾ ਸੀ। ਬਾਕੀ ਜਿੱਥੋਂ ਤੱਕ ਦਸਤਾਰ ਦੀ ਗੱਲ ਹੈ, ਉਹ ਭੈਣ ਜੀ ਨੇ ਸਪਸ਼ਟ ਦੱਸਤਾ ਹੈ ਕਿ ਉਹਦਾ ਗੁਰਿਆਈ ਨਾਲ ਕੋਈ ਤਲਕ ਨਹੀਂ ਹੈ। ਹਾਂ, ਹਰ ਇੱਕ ਸਮਾਜ ਦੀਆਂ ਆਪਣੀਆਂ ਕੁਝ ਰਸਮਾਂ ਹੁੰਦੀਆਂ ਨੇ ਤੇ ਸਾਡੇ ਸਮਾਜ ਵਿੱਚ ਇੱਕ ਬਣੀ ਹੋਈ ਹੈ ਕਿ ਜਿਸ ਵੇਲੇ ਕੋਈ ਚੜ੍ਹਾਈ ਕਰਦਾ ਤਾਂ ਉਹਦੇ ਪੁੱਤਰ ਨੂੰ ਇੱਕ ਦਸਤਾਰ ਜਿਹੜੀ ਹੈ ਬਰਾਦਰੀ ਦਿੰਦੀ ਹੈ। ਭੈਣ ਜੀ ਨੇ ਬਰਾਦਰੀ ਲਫ਼ਜ਼ ਵਰਤਿਆ, ਬਰਾਦਰੀ ਦਿੰਦੀ ਹੈ ਤੇ ਉਹਨੂੰ ਅਹਿਸਾਸ ਕਰਾਉਣ ਲਈ ਵੀ ਇਸ ਘਰ ਦਾ ਹੁਣ ਤੂੰ ਮੁਖੀਆ ਤੂੰ ਹੈ ਤੇ ਘਰ ਦੀਆਂ ਜ਼ਿੰਮੇਵਾਰੀਆਂ ਤੂੰ ਸੰਭਾਲਦੀਆਂ। ਪਰ ਦੇਖੋ ਸਾਧ ਸੰਗਤ, ਕਿਉਂਕਿ ਸਾਡਾ ਮਰਦ ਪ੍ਰਧਾਨ ਇਹ ਸਮਾਜ ਹੈਗਾ ਤੇ ਉਹਦੇ 'ਚ ਹੈ ਕਿ ਇਹ ਵੀ ਗੱਲ ਤੇ ਕੇਵਲ ਦਸਤਾਰ ਦੀ ਹੈ, ਪਰ ਮਰਦ ਪ੍ਰਧਾਨ ਇਹ ਸਮਾਜ ਹੋਣ ਕਰਕੇ ਕੀਤਾ ਕੀ ਜਾਂਦਾ ਹੈ, ਜੋ ਅੱਜ ਕੱਲ੍ਹ ਆਮ ਦੇਖਣ 'ਚ ਆਉਂਦਾ ਹੈ ਬਈ ਜਿਹੜਾ ਲੜਕਾ ਹੈ ਉਹਦੇ ਸਹੁਰੇ ਲਿਆਉਣ ਇਹ ਜਿਹੜੀ ਦਸਤਾਰ ਹੈ ਸਹੁਰੇ ਲਿਆਉਣ, ਤਾਂ ਜੇ ਹਰੇਕ ਜਿਹੜਾ ਜ਼ਿੰਮੇਵਾਰੀ ਹੈ ਜਾਂ ਖਰਚਾ ਹੈ ਉਹ ਲੜਕੀ ਜਿਹੜੀ ਹੈ ਉਹਦੇ ਪੇਕੇ ਹੀ ਕਰਨ। ਅਗਰ ਕੋਈ ਚੜ੍ਹਾਈ ਕਰ ਜਾਂਦਾ ਬਜ਼ੁਰਗ ਤਾਂ ਉਹਦੇ ਜਿਹੜੇ ਬੱਚੇ ਨੇ ਉਹ ਉਹਦੇ ਸਹੁਰੇ ਆ ਕੇ ਔਖੇ ਜੀ ਪਹਿਲੇ ਦਿਨ ਰੋਟੀ ਕਰਨਗੇ ਵੀ ਕੀ ਗੱਲ ਤੁਸੀਂ ਸਾਰੀ ਉਮਰ ਆਪ ਲੰਗਰ ਪਕਾਉਂਦੇ ਹੋ ਤੇ ਇਹਦੇ 'ਚ ਕਿਉਂ ਹੋਏ। ਮੈਂ ਇੱਕ ਤੁਹਾਨੂੰ ਸੱਚੀ ਘਟਨਾ ਸੁਣਾਉਣਾ। ਸਾਡੇ ਬਹੁਤ ਵਧੀਆ ਬੜੇ ਪੁਰਾਣੇ ਸਿੱਖ ਪਿਛਲੀ ਕਾਲਜ ਦੇ ਜਿਹੜੇ ਨੇ ਆਗੂ ਨੇ, ਉਹ ਬੜੇ ਅੱਛੇ ਲਿਖਾਰੀ ਨੇ, ਡਾਕਟਰ ਬਲਬੀਰ ਸਿੰਘ ਜਲੰਧਰ ਦੇ। ਉਹਨਾਂ ਦੇ ਜਿਸ ਵੇਲੇ ਉਹਨਾਂ ਦੀ ਵਾਈਫ ਦੀ ਚਲਾਣਾ ਕਰਕੇ ਤਾਂ ਉਹਨਾਂ ਨੇ 2 ਗੱਲਾਂ ਐਲਾਨੀਆਂ ਕਹੀਆਂ ਆਪਣੇ ਘਰ ਵਿੱਚ, ਉਹ ਸਾਨੂੰ ਸੁਣਨ ਵਾਲੀਆਂ ਨੇ। ਇੱਕ ਤੇ ਉਹਨਾਂ ਨੇ ਆਪਣੀਆਂ ਨੂੰਹਾਂ ਨੂੰ ਕਿਹਾ ਵੀ ਜਿਹੜੇ ਤੁਸੀਂ ਕੱਪੜੇ ਪਾਏ ਨੇ ਇਹ ਜਾਰੀ ਰੱਖੋ, ਨਹੀਂ ਤੇ ਆਮ ਤੌਰ ਤੇ ਰਿਵਾਜ ਹੀ ਚਿੱਟੇ ਕੱਪੜੇ ਪਾ ਲਓ, ਕਾਲੇ ਦੁਪੱਟੇ ਲਾ ਲਓ। ਨਹੀਂ। ਦੂਜੀ ਗੱਲ ਉਹਨੇ ਕਿਹਾ ਵੀ ਜਿਵੇਂ ਆਮ ਹੁੰਦਾ ਵੀ ਕੋਈ ਚੜ੍ਹਾਈ ਕਰ ਜਾਏ ਤੇ ਆਂਢ ਗੁਆਂਢ ਤੋਂ ਜਿਹੜਾ ਵੀ ਉਹ ਚਾਹ ਜਾਂ ਲੰਗਰ ਬਣ ਕੇ ਆਉਂਦਾ, ਜਾਂ ਜਿਸ ਵੇਲੇ ਸੰਸਕਾਰ ਹੋ ਜਾਂਦਾ ਉਸ ਵੇਲੇ ਕੁੜਮ ਲੰਗਰ ਬਣ। ਕਹਿੰਦੇ ਨਹੀਂ, ਘਰ ਦੇ ਚੁੱਲ੍ਹੇ 'ਚ ਅੱਗ ਬਲਦੀ ਰਹੇਗੀ, ਇਹ ਜੇ ਕੋਈ ਚਾਹ ਪਾਣੀ ਬਣਾਉਣਾ ਆਪਣੇ ਘਰੇ ਬਣਾਓ, ਵੀ ਕੋਈ ਗੱਲ ਨਹੀਂ, ਇਹ ਤੇ ਵਾਹਿਗੁਰੂ ਦੇ ਭਾਣੇ ਨਾਲ ਹੋ। ਸੋ ਇਹ ਜਿਹੜੀ ਉਹਨਾਂ ਦੀ ਅੱਛੀ ਅਵਸਥਾ, ਉੱਚੀ ਅਵਸਥਾ ਹੈ, ਉਹਨਾਂ ਨੇ ਗੱਲ ਕਹੀ। ਪਰ ਸਾਨੂੰ ਸਮਾਜਿਕ ਤੌਰ ਤੇ ਇਹਦੀ ਸੇਧ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਬਈ ਐਵੇਂ ਖਾਹ ਹਰ ਗੱਲ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਲੜਕੀ ਜਿਹੜੀ ਹੈ ਉਹਦੇ ਜਿਹੜੇ ਪੇਕੇ ਨੇ ਉਹਨਾਂ ਦੀ ਹਰ ਇੱਕ ਜ਼ਿੰਮੇਵਾਰੀ ਹੈ। ਈਵਨ ਦੇਖਣ 'ਚ ਆਇਆ ਵੀ ਜਿਹੜੀਆਂ ਮਤਲਬ ਵੀ ਕੋਈ ਭੈਣਾਂ 50-50 ਸਾਲ ਪਹਿਲੇ ਵੀ ਮਤਲਬ ਵੀ ਜਿਨ੍ਹਾਂ ਦੀ ਸ਼ਾਦੀ ਹੋ ਗਈ 50-50 60 ਸਾਲ, ਅਗਰ ਉਹਨਾਂ ਦੇ ਘਰ 'ਚ ਕੋਈ ਐਸੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਮਤਲਬ ਹੈ ਵੀ ਜਿਹੜੇ ਪੇਕੇ ਨੇ ਉਹੀ ਆਉਂਦੇ ਨੇ। ਇਹਦਾ ਮਤਲਬ ਸਾਰੀ ਉਮਰ ਨਾਲ ਬੱਧੇ। ਇਹ ਸਾਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੀਆਂ ਫਜ਼ੂਲ ਦੀਆਂ ਰਸਮਾਂ ਉਹ ਨਹੀਂ ਕਰਨੀਆਂ ਚਾਹੀਦੀਆਂ। ਬਾਕੀ ਜਿੱਥੋਂ ਤੱਕ ਸਵਾਲ ਸੀਗਾ ਉਹ ਭੈਣ ਜੀ ਨੇ ਬਾਖੂਬੀ ਉੱਤਰ ਦਿੱਤਾ ਹੈ, ਔਰ ਮੈਂ ਆਸ ਕਰਦਾ ਵੀਰ ਦਵਿੰਦਰ ਸਿੰਘ ਜੀ ਤੁਹਾਡੇ ਸਵਾਲ ਦਾ ਉੱਤਰ ਤੁਹਾਨੂੰ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸਵਾਲ ਹੈ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਇਹਦਾ ਕੀ ਅਰਥ ਹੈ? ਇਸ ਪ੍ਰਕੀਰਤਨ ਸਿੰਘ ਜੀ ਕਿਰਪਾ ਕਰਨਗੇ, ਇਹ ਦੱਸਣਗੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦਾ ਅਰਥ ਕੀ ਹੈ। ਹਾਂਜੀ ਪ੍ਰਕੀਰਤਨ ਸਿੰਘ। ਹਾਂਜੀ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਜੇ ਸਤਿਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇ। ਜੇ ਅਸੀਂ ਇਸ ਸ਼ਬਦ ਦਾ ਪੂਰਾ ਪਾਠ ਕਰੀਏ ਜੀ
ਤੇ ਅੱਗੋਂ ਹੈ ਜਾਏ ਪੁੱਛੋ ਸਿਮਰਤ ਸ਼ਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੱਚਾ ਲਾਏ ਸੱਚ ਲੱਗੇ ਸਦਾ ਸੱਚ ਸੰਭਾਲੇਨ ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁਲ ਤਾਰੇ। ਤੋ ਇਸ ਪੰਕਤੀ ਦੇ ਅਰਥ ਸਮਝਣ ਲਈ ਸਾਨੂੰ ਪੂਰੀ ਪੌੜੀ ਦੇ ਅਰਥ ਜਿਹੜੇ ਹਨ ਉਹ ਸਮਝਣੇ ਪੈਣਗੇ ਕਿ ਇਹਦਾ ਅਰਥ ਹੈ ਕਿ ਜੋ ਬਾਣੀਆਂ ਕਹਾਣੀਆਂ ਭਾਵ ਸਤਿਗੁਰੂ ਬਾਬੇ ਦੀਆਂ ਸਤਿਗੁਰੂ ਦੀਆਂ ਸਾਖੀਆਂ ਜਿਹੜੇ ਸਿੱਖ ਪੁੱਤਰਾਂ ਨੂੰ ਜੋ ਸੁਣਾਈਆਂ ਜਾਂਦੀਆਂ ਹਨ ਉਹਨਾਂ ਦਾ ਉਪਦੇਸ਼ ਉਹ ਗ੍ਰਹਿਣ ਕਰਦੇ ਹਨ ਤਾਂ ਉਹ ਸਿੱਖਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀ ਆ। ਭਾਵ ਸਾਖੀਆਂ ਤੋਂ ਮਿਲਣ ਵਾਲੇ ਗੁਰਮਤ ਉਪਦੇਸ਼ ਮਨੁੱਖ ਦਾ ਜੀਵਨ ਬਦਲ ਦਿੰਦੇ ਹਨ। ਪਰ ਸਾਖੀਆਂ ਇਵੇਂ ਹੀ ਜੀਵਨ ਨਹੀਂ ਬਦਲਦੀਆਂ, ਇਹ ਕੇਵਲ ਸੁਣਨ ਦੀ ਵਸਤੂ ਨਹੀਂ, ਇਹ ਅਮਲ ਦੀ ਖੇਡ ਹੈ। ਜਿਵੇਂ ਕਿ ਅਗਲੀ ਪੰਕਤੀ ਵਿੱਚ ਫਰਮਾਇਆ ਹੈ ਜੇ ਸਤਿਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇ। ਭਾਵ ਜੋ ਸਤਿਗੁਰੂ ਜੀ ਨੇ ਦੀਆਂ ਕਹਾਣੀਆਂ ਤੋਂ ਉਹਨਾਂ ਦੀਆਂ ਸਾਖੀਆਂ ਤੋਂ ਜੋ ਸਿੱਖਿਆ ਮਿਲਦੀ ਹੈ, ਜਦੋਂ ਗੁਰੂ ਕੇ ਸਿੱਖ ਉਸ ਨੂੰ ਮੰਨ ਲੈਂਦੇ ਹਨ, ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਨ ਤੇ ਫਿਰ ਮਨ ਦੇ ਵਿੱਚ ਵਸਾ ਕੇ ਉਹੀ ਕਰਮ ਕਰਦੇ ਹਨ। ਜਦੋਂ ਉਹ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ ਜੋ ਗੁਰੂ ਦੀ ਸਿੱਖਿਆ ਹੁੰਦੀ ਹੈ ਤਾਂ ਫਿਰ ਉਹ ਗੁਰੂ ਨੂੰ ਭਾਉਂਦੇ ਹਨ। ਉਸ ਤੋਂ ਬਿਨਾਂ ਉਹ ਸਤਿਗੁਰ ਭਾਵੈ ਵਾਲੀ ਅਵਸਥਾ ਨਹੀਂ ਆਉਂਦੀ। ਅੱਗੇ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਾਏ ਪੁੱਛੋ ਸਿਮਰਤ ਸ਼ਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ। ਕਿ ਇਹ ਜੋ ਇਸ ਗੱਲ ਦੀ ਤਸਦੀਕ ਜਿਹੜੀ ਹੈ ਅਸੀਂ ਧਾਰਮਿਕ ਪੁਸਤਕਾਂ ਤੋਂ ਤੇ ਉਹਨਾਂ ਦੇ ਲਿਖਾਰੀਆਂ ਤੋਂ ਸਹਿਜੇ ਹੀ ਕਰ ਸਕਦੇ ਹਾਂ। ਭਾਵ ਉਹਨਾਂ ਦੀਆਂ ਲਿਖਤਾਂ ਹੀ ਗਵਾਹ ਹਨ ਕਿ ਇਹ ਸਾਰੀ ਸ੍ਰਿਸ਼ਟੀ ਨੂੰ ਉਪਦੇਸ਼ ਕਰਨ ਦਾ ਢੰਗ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਅਪਣਾਇਆ ਜਾ ਰਿਹਾ ਹੈ ਤੇ ਉਹ ਵੀ ਅਪਣਾਉਂਦੇ ਰਹੇ। ਇਹਦੇ ਵਿੱਚ ਉਹਨਾਂ ਨੇ ਕੁਝ ਵੱਡੇ ਲਿਖਾਰੀਆਂ ਤੇ ਵੱਡੀਆਂ ਪੁਸਤਕਾਂ ਧਾਰਮਿਕ ਪੁਸਤਕਾਂ ਦਾ ਜ਼ਿਕਰ ਕੀਤਾ ਹੈ, ਸਿਮਰਤੀਆਂ ਦਾ, ਸ਼ਾਸਤਰਾਂ ਦਾ, ਬਿਆਸ ਸੁਖ ਨਾਰਦ ਜੋ ਵੱਡੇ ਲਿਖਾਰੀ ਮੰਨੇ ਗਏ ਹਨ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਸਮਝਾ ਕੇ ਅੱਗੇ ਕਿਹਾ ਹੈ ਕਿ ਜਦੋਂ ਸੱਚਾ ਲਾਗੇ ਸੱਚ ਲੱਗੇ ਸਦਾ ਸੱਚ ਸੰਭਾਲੇ। ਜੋ ਸਤਿਗੁਰੂ ਜੀ ਦੇ ਜੋ ਕੌਤਕ ਹਨ, ਜਿਨ੍ਹਾਂ ਨੂੰ ਗੁਰੂ ਦੇ ਸਿੱਖਾਂ ਨੇ ਪ੍ਰਭੂ ਕਿਰਪਾ ਦੇ ਨਾਲ ਹਿਰਦੇ ਵਿੱਚ ਵਸਾਇਆ, ਉਹ ਸਦਾ ਸੱਚੇ ਪ੍ਰਭੂ ਨਾਲ ਜੁੜ ਜਾਂਦੇ ਹਨ ਤੇ ਪ੍ਰਭੂ ਨੂੰ ਹਮੇਸ਼ਾ ਸदैव ਯਾਦ ਰੱਖਦੇ ਹਨ। ਤੇ ਫਿਰ ਜਦੋਂ ਇਹ ਅਵਸਥਾ ਆ ਜਾਂਦੀ ਹੈ ਤਾਂ ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁਲ ਤਾਰੇਨ। ਫਿਰ ਉਹ ਆਪ ਹੀ ਨਹੀਂ, ਉਹ ਸਗਲੀਆਂ ਕੁਲਾਂ ਭਾਵ ਉਹਨਾਂ ਦੀ ਸੰਗਤ ਕਰਨ ਵਾਲੇ ਹਰ ਉਹ ਵਿਅਕਤੀ ਨੂੰ ਜਿਹੜਾ ਉਹਨਾਂ ਤੋਂ ਪ੍ਰੇਰਨਾ ਲੈਂਦਾ ਹੈ, ਉਹਨਾਂ ਦੀ ਸੰਗਤ ਦਾ ਰੰਗ ਮਾਣਦਾ ਹੈ, ਉਹ ਜੋ ਸਤਿਗੁਰੂ ਜੀ ਦਾ ਉਪਦੇਸ਼ ਉਹਨਾਂ ਨਾਲ ਸਾਂਝਾ ਕਰਦੇ ਹਨ ਉਸ ਤੋਂ ਸੇਧ ਲੈਂਦਾ ਹੈ। ਉਹਨਾਂ ਦੇ ਸਾਰਿਆਂ ਨੂੰ ਹੀ ਜੀਵਨ ਸਫਲ ਕਰਨ ਦਾ ਰਾਹ ਦੱਸ ਦਿੰਦੇ ਹਨ, ਭਾਵ ਉਹ ਤਾਰ ਦਿੰਦੇ। ਤੋ ਇੱਥੇ ਕਹਾਣੀਆਂ ਦਾ ਅਰਥ ਜਿਹੜਾ ਹੈ ਉਹ ਅਸੀਂ ਸਤਿਗੁਰੂ ਜੀ ਦੀਆਂ ਕਹਾਣੀਆਂ ਸਾਖੀਆਂ, ਪਰ ਉਸ ਦੇ ਵਿੱਚ ਜੋ ਛੁਪੀ ਹੋਈ ਸਿੱਖਿਆ ਹੈ ਉਸ ਤੋਂ ਲੈਣਾ ਬਣਦਾ ਹੈ। ਤੋ ਕਹਾਣੀਆਂ ਸਿਰਫ ਇਸੇ ਅਰਥ ਵਿੱਚ ਹੀ ਨਹੀਂ ਵਰਤੀਆਂ ਗਈਆਂ ਬਾਣੀ ਦੇ ਵਿੱਚ, ਇਹਦੇ ਹੋਰ ਵੀ ਅਰਥ ਲਏ ਗਏ ਹਨ। ਮੈਂ ਕੇਵਲ ਇੱਕ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਤੋ ਇੱਥੇ ਕਹਾਣੀਆਂ ਦਾ ਅਰਥ ਜੋ ਹੈ ਸਤਿਗੁਰੂ ਜੀ ਨੇ ਜੋ ਵਰਤਿਆ ਹੈ ਉਹ ਪ੍ਰਭੂ ਜੀ ਦੀ ਹਰੀ ਦੀ ਸਿਫਤ ਸਲਾਹ ਦੇ ਅਰਥਾਂ ਦੇ ਵਿੱਚ ਵਰਤਿਆ ਹੈ। ਇਸੇ ਤਰ੍ਹਾਂ ਹੀ ਹੋਰ ਅਨੇਕਾਂ ਥਾਵਾਂ ਦੇ ਉੱਤੇ ਵਰਤਿਆ ਹੈ ਤੇ ਇਸ ਤੋਂ ਵੀ ਸਾਨੂੰ ਕਹਾਣੀ ਦਾ ਅਸਲ ਅਰਥ ਸਮਝ ਲੱਗ ਜਾਂਦਾ ਹੈ ਕਿ ਜੋ ਸਿੱਖਿਆ ਹੈ, ਜੋ ਗੁਰੂ ਦੀ ਸਿਫਤ ਸਲਾਹ ਹੈ, ਉਸ ਦੀ ਸਿੱਖਿਆ ਹੈ, ਜੋ ਉਪਦੇਸ਼ ਸਾਨੂੰ ਉਹਨੇ ਦਿੱਤਾ ਹੈ, ਉਸ ਨੂੰ ਹੀ ਵਿਦਮਾਨ ਕਰਨ ਵਾਲੀਆਂ ਜੋ ਉਹ ਘਟਨਾਵਾਂ ਜਿਨ੍ਹਾਂ ਵਿੱਚ ਸਤਿਗੁਰੂ ਜੀ ਦਾ ਉਹ ਉਪਦੇਸ਼ ਜੋ ਗੁਰਬਾਣੀ ਦੇ ਵਿੱਚ ਵਿਦਮਾਨ ਹੈ, ਜਦੋਂ ਅਸੀਂ ਉਹ ਪ੍ਰੇਰਨਾ ਲੈ ਕੇ ਸਿੱਖਿਆਵਾਂ ਤੋਂ ਕਹਾਣੀਆਂ ਤੋਂ ਉਹ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਢਾਲਦੇ ਹਾਂ ਤਾਂ ਫਿਰ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਉਸ ਅਵਸਥਾ ਤੱਕ ਪਹੁੰਚਦਾ ਹੈ ਜਿਹਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਪੁੱਤ ਸਪੁੱਤ ਕਰੇ। ਦਰਅਸਲ ਇਹ ਢੰਗ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਵਾਸਤੇ ਸਤਿਗੁਰੂ ਜੀ ਦੀਆਂ ਸਾਖੀਆਂ ਇੱਕ ਉੱਤਮ ਢੰਗ ਹੈ। ਅਸਲ ਮੰਤਵ ਇਸ ਦਾ ਵੀ ਇਹੀ ਹੈ ਕਿ ਗੁਰੂ ਦੀ ਸਿੱਖਿਆ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ ਕਿ ਉਸ ਦੇ ਉੱਤੇ ਅਮਲ ਕਿਸ ਤਰ੍ਹਾਂ ਕਰਨਾ ਹੈ। ਸਤਿਗੁਰੂ ਜੀ ਦੇ ਜੀਵਨ ਦੀਆਂ ਉਹ ਘਟਨਾਵਾਂ ਤੇ ਸਾਖੀਆਂ ਜੋ ਗੁਰਬਾਣੀ ਵਿੱਚ ਵਿਦਵਾਨ ਸਿੱਖਿਆਵਾਂ ਨੂੰ
ਸਾਡੇ ਸਾਹਮਣੇ ਕੰਕਰੀਟਾਈਜ਼ ਕਰਦੀਆਂ ਹਨ, ਰੂਪਮਾਨ ਕਰਦੀਆਂ ਹਨ, ਉਹ ਸदैव ਹੀ ਸਾਡੇ ਲਈ ਪ੍ਰੇਰਨਾ ਸਰੋਤ ਰਹੀਆਂ ਹਨ। ਤੇ ਗੁਰਸਿੱਖਾਂ ਨੂੰ ਇਹਨਾਂ ਸਿੱਖਿਆਵਾਂ ਨੇ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ ਪ੍ਰੇਰਨਾ ਉਹ ਕਰਦੀਆਂ ਆਈਆਂ ਹਨ। ਸੋ ਸਤਿਗੁਰੂ ਜੀ ਦਾ ਇਤਿਹਾਸ ਸਾਡੇ ਲਈ ਸਤਿਗੁਰੂ ਜੀ ਦੀ ਸਿੱਖਿਆ ਨੂੰ ਸਮਝਣ ਤੇ ਅਮਲ ਵਿੱਚ ਲਿਆਉਣ ਦਾ ਇੱਕ ਉੱਤਮ ਢੰਗ ਹੈ। ਅਸੀਂ ਹੁਣੇ ਹੀ ਕੁਝ ਦਿਨ ਪਹਿਲਾਂ ਹੀ ਸ਼ਹੀਦੀ ਹਫ਼ਤਾ ਮਨਾ ਕੇ ਹਟੇ ਹਾਂ ਅਤੇ ਇਹ ਦਿਹਾੜੇ ਹਮੇਸ਼ਾ ਤੋਂ ਹੀ ਸਾਡੇ ਲਈ ਪ੍ਰੇਰਨਾ ਸਰੋਤ ਰਹੇ ਹਨ। ਸਿੱਖ ਇਤਿਹਾਸ ਵਿੱਚ ਜਿਹੜੀਆਂ ਅਨੇਕਾਂ ਸ਼ਹੀਦੀਆਂ ਵਾਪਰੀਆਂ, ਜੋ ਗੁਰਮਤਿ ਦੇ ਸਿਧਾਂਤਾਂ ਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਕਰਕੇ ਵਾਪਰੀਆਂ, ਆਪਣੇ ਧਰਮ ਉੱਤੇ ਦ੍ਰਿੜ ਰਹਿਣ ਦੀ ਸਿੱਖਿਆ ਉੱਤੇ ਚੱਲਣ ਕਰਕੇ ਵਾਪਰੀਆਂ, ਧਰਮ ਦੀ ਰਾਖੀ ਲਈ ਵਾਪਰੀਆਂ, ਜਾਨ ਨਿਛਾਵਰ ਕੀਤੀ ਗੁਰੂ ਕੇ ਸਿੱਖਾਂ ਨੇ, ਜੋ ਸ਼ਰਨ ਆਵੇ ਸੋ ਕੰਠ ਲਾਵੇ ਦੀ ਪਾਲਣਾ ਦੇ ਵਿੱਚ ਸਿੱਖਾਂ ਨੇ ਯੁੱਧ ਕੀਤੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸਾਰੀਆਂ ਪ੍ਰੇਰਨਾਵਾਂ ਸਾਨੂੰ ਸਤਿਗੁਰੂ ਜੀ ਦੇ ਪਾਏ ਪੂਰਨਿਆਂ ਤੋਂ ਹੀ ਮਿਲੀਆਂ ਹਨ। 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਜੋ ਜੋ ਅਚੰਭੇ ਵਿੱਚ ਪਾਉਣ ਵਾਲੇ ਕਾਰਨਾਮੇ ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਏ ਹਨ, ਉਹਨਾਂ ਦੇ ਵਿੱਚ ਉਹਨਾਂ ਦੀ ਤਹਿ ਦੇ ਵਿੱਚ ਜਿਹੜੀ ਪ੍ਰੇਰਨਾ ਹੈ ਉਹ ਸਾਨੂੰ ਸਤਿਗੁਰੂ ਜੀ ਦੇ ਇਤਿਹਾਸ ਤੋਂ ਭਾਵ ਬਾਣੀਆਂ ਕਹਾਣੀਆਂ ਤੋਂ ਹੀ ਪ੍ਰਾਪਤ ਹੋਈ ਹੈ। ਇਹੀ ਗੱਲ ਸਾਨੂੰ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਵੀ ਸਮਝਾਈ ਹੈ ਕਿ ਜਦੋਂ ਅਸੀਂ ਸਤਿਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰਕੇ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਦੇ ਹਾਂ ਤਾਂ ਅਸਲ ਗੱਲ ਸਿੱਖਿਆ ਦੇ ਉੱਤੇ ਚੱਲਣ ਦੀ ਹੈ। ਕੇਵਲ ਕਹਾਣੀ ਨੂੰ ਕੰਨ ਰਸ ਸਮਝ ਕੇ ਅਸੀਂ ਕਹਿ ਦਈਏ ਕਿ ਕਿਸੇ ਨੂੰ ਕਹਾਣੀ ਸੁਣਾ ਦਿੱਤੀ ਤੇ ਉਹ ਪੁੱਤ ਸਪੁੱਤ ਕਰੇਨ ਦੀ ਅਵਸਥਾ ਤੇ ਪਹੁੰਚ ਜਾਏਗਾ, ਤਾਂ ਉਹ ਗੱਲ ਨਹੀਂ ਹੈ। ਅਸਲ ਗੱਲ ਉਸ ਨੂੰ ਜੀਵਨ ਦੇ ਵਿੱਚ ਮੰਨਣ ਦੀ ਤੇ ਢਾਲਣ ਦੀ ਹੈ ਕਿ ਜੇ ਸਤਿਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕਰਕੇ ਹੀ ਅੱਜ ਤੱਕ ਇੰਨੀਆਂ ਸ਼ਹੀਦੀਆਂ ਔਰ ਹੋਰ ਕਾਰਨਾਮੇ ਹੋਏ ਨੇ। ਵੀਰ ਜੀ ਨੇ ਬੜੇ ਖੋਲ ਕੇ ਇਸ ਗੱਲ ਨੂੰ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹਦੇ ਅਰਥ ਹੀ ਨਹੀਂ ਦੱਸੇ, ਇਹਦਾ ਪੂਰੀ ਜਿਹੜੀ ਇਹਦੀ ਪੂਰੀ ਬੈਕਗਰਾਉਂਡ ਦੱਸ ਕੇ ਔਰ ਇੱਕ ਬੜਾ ਪ੍ਰੇਰਨਾਦਾਇਕ ਇਹ ਜਿਹੜੀ ਆਪਾਂ ਗੱਲ ਸੁਣੀ ਹੈ, ਬੜੀ ਪ੍ਰੇਰਨਾਦਾਇਕ ਹੈ। ਕਿਉਂਕਿ ਬਾਣੀ ਤਾਂ ਪਹਿਲੇ ਹੀ ਗੁਰਬਾਣੀ 'ਚ ਲਿਖਿਆ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੇਗਾ। ਗੁਰੂ ਕੀ ਬਾਣੀ, ਗੁਰੂ ਕੀ ਸਿੱਖਿਆਵਾਂ ਇੱਕ ਮਨੁੱਖ ਨੂੰ ਆਮ ਮਨੁੱਖ ਤੋਂ ਚੰਗਾ ਵਧੀਆ ਮਨੁੱਖ ਬਣਾਉਂਦੇ ਨੇ। ਤੋ ਲੋੜ ਤਾਂ ਹੈ ਗੁਰਬਾਣੀ ਨੂੰ ਸਮਝਣ ਔਰ ਤੇ ਚੱਲਣ ਦੀ। ਵੀਰ ਜੀ ਨੇ ਬਿਲਕੁਲ ਦਰੁਸਤ ਦੱਸਿਆ ਕਿ ਕੇਵਲ ਬਾਣੀ ਸੁਣਨ ਨਾਲ ਗੱਲ ਨਹੀਂ ਬਣਨੀ, ਤੇ ਜੇ ਸਪੁੱਤ ਬਣਨਾ, ਸਪੁੱਤ ਦਾ ਮਤਲਬ ਵੀ ਚੰਗਾ ਪੁੱਤ, ਤੇ ਗੁਰਬਾਣੀ ਤੇ ਚੱਲਣ ਦੀ ਲੋੜ ਹੈ। ਇੱਕ ਵਧੀਆ ਸਮਾਜ ਸਿਰਜਿਆ ਜਾ ਸਕਦਾ ਜੇਕਰ ਆਪਾਂ ਗੁਰਬਾਣੀ ਤੇ ਚੱਲੀਏ। ਵਰਨਾ ਸਾਧ ਸੰਗਤ ਖਿਮਾ ਕਰਨਾ, ਅੱਜ ਅਸੀਂ ਜਿੱਥੇ ਖੜੇ ਹਾਂ ਸਾਡਾ ਸਮਾਜ ਖੜਾ। ਮੇਰੇ ਇੱਕ ਮਿੱਤਰ ਨੇ ਇੱਕ ਵਾਰੀ ਗੱਲ ਕਹੀ ਸੀ, ਬੜੀ ਪੁਰਾਣੀ ਗੱਲ ਹੈ, ਉਹ ਮੇਰੇ ਮਨ 'ਚ ਹਰ ਵੇਲੇ ਖੜਕਦੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨਾ। ਉਹ ਕਹਿਣ ਲੱਗਾ, ਇਹ ਜਿਹੜੇ ਬਿਰਧ ਆਸ਼ਰਮ ਹੈ, ਘੱਟੋ ਘੱਟ ਜਿਹੜੇ ਸਾਡੇ ਸਿੱਖ ਸਮਾਜ ਦੇ ਜਿਹੜੇ ਬਜ਼ੁਰਗ ਉੱਥੇ ਬਿਰਧ ਆਸ਼ਰਮਾਂ 'ਚ ਡੁੱਲਦੇ ਨੇ, ਇਹ ਸਾਡੇ ਮੂੰਹ ਤੇ ਇੱਕ ਬੜਾ ਵੱਡਾ ਧੱਬਾ ਹੈ। ਔਰ ਬਿਲਕੁਲ ਠੀਕ ਹੈ ਕਿ ਅੱਜ ਹਾਲਾਤ ਇਹ ਹੋ ਗਏ ਨੇ ਕਿ ਜਿਹੜੇ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਨੇ, ਪਾਲਦੇ ਨੇ, ਪੈਰਾਂ ਤੇ ਖੜਾ ਕਰਦੇ ਨੇ, ਉਸ ਤੋਂ ਬਾਅਦ ਉਹੀ ਉਹਨਾਂ ਲਈ ਭਾਰੂ ਬਣ ਜਾਂਦੇ। ਤੇ ਇਹ ਕਹਾਣੀ ਇਹ ਸਭ ਕੁਝ ਕਿਉਂ ਵਰਤ ਰਿਹਾ? ਇਹ ਸਪੁੱਤਾਂ ਨੇ ਤੇ ਕਪੁੱਤਾਂ ਲਈ ਗੱਲ ਬਣ ਗਈ ਹੈ। ਤੇ ਇਸੇ ਕਰਕੇ ਵਰਤ ਰਿਹਾ ਕਿ ਬਾਣੀ ਤੇ ਸਾਡੇ ਕੋਲ ਹੈ, ਪਰ ਅਸੀਂ ਕੇਵਲ ਬਾਣੀ ਨੂੰ ਮੱਥਾ ਟੇਕਣ ਜਾਂ ਰਮਾਲੇ ਚੜਾਉਣ ਤੱਕ ਹੀ ਸੀਮਤ ਰੱਖਿਆ ਨਹੀਂ। ਲੋੜ ਹੈ ਗੁਰਬਾਣੀ ਨੂੰ ਸਮਝੀਏ ਔਰ ਆਪਣੇ ਜੀਵਨ ਦੀ ਘਾੜਤ ਘੜੀਏ। ਜੇ ਜੀਵਨ ਦੀ ਘਾੜਤ ਘੜੀ ਜਾਏਗੀ ਤੇ ਸਾਰੇ ਸਪੁੱਤਰ ਹੋਣਗੇ। ਸਤਿਗੁਰੂ ਜੀ ਕਿਰਪਾ ਕਰੋ, ਸਾਰੇ ਸਪੁੱਤਰ ਹੋਣ, ਆਪ ਜੀ ਦੀ ਬਾਣੀ ਤੇ ਚੱਲਣ। ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਮੈਂ ਪੜ੍ਹ ਦੇਣਾ ਕਿ ਕੀ ਪੰਥ ਗੁਰੂ ਸਾਹਿਬ ਨੂੰ ਹੁਕਮ ਕਰ ਸਕਦਾ ਹੈ ਜਾਂ ਕੀ ਗੁਰੂ ਸਾਹਿਬ ਨੂੰ ਅਗਵਾਈ ਦੀ ਲੋੜ ਹੈ? ਸਵਾਲ ਕਰਤਾ ਨੇ ਸਰਦਾਰ ਬੇਲਾ ਸਿੰਘ ਜੀ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਵਾਲ ਕੀਤਾ ਗਿਆ ਹੈ ਇਹਦੇ ਦੋ ਪੱਖ ਹਨ ਕਿ ਗੁਰੂ ਸਾਹਿਬ ਨੂੰ ਹੁਕਮ ਕੀਤਾ ਜਾ ਸਕਦਾ ਹੈ ਜਾਂ ਗੁਰੂ ਸਾਹਿਬ ਨੂੰ ਹੁਕਮ ਦੀ ਲੋੜ ਹੈ। ਗੱਲ ਇਹ ਹੈ ਕਿ ਗੁਰੂ ਸਮਰੱਥ ਹੈ, ਸਭ ਕੁਝ ਕਰਨ ਯੋਗ ਹੈ, ਲੇਕਿਨ ਉਸਨੇ ਖਾਲਸੇ ਦੀ ਸਾਜਨਾ ਕਰਕੇ ਖਾਲਸੇ ਨੂੰ ਆਪਣੇ ਨਾਲ ਇੰਟੀਗ੍ਰੇਟ ਕੀਤਾ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣ ਕੇ ਪ੍ਰਾਣ, ਖਾਲਸਾ ਮੇਰਾ ਸਵਜਨ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ।
ਔਰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਜਦੋਂ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ 30 ਮਾਰਚ 1699 ਨੂੰ ਜਦੋਂ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਤਾਂ ਉਸ ਦੇ ਵਿੱਚ ਜਦੋਂ ਪੰਜ ਪਿਆਰਿਆਂ ਦੀ ਚੋਣ ਕੀਤੀ, ਪੰਜ ਪਿਆਰਿਆਂ ਨੂੰ ਆਵਾਜ਼ ਦਿੱਤੀ, ਕਾਲ ਕੀਤਾ, ਤੇ ਉਹਨਾਂ ਚੋਂ ਜਿਹੜੇ ਮਰ ਜੀਵੜੇ ਪੰਜ ਪਿਆਰੇ ਜਿਹੜੇ ਸਾਹਮਣੇ ਆਪਣਾ ਅਸੀਸ ਲੈ ਕਰਕੇ ਭੇਟਾ ਕੀਤੀ, ਉਹਨਾਂ ਨੂੰ ਗਲਵਕੜੀ ਨਾਲ ਲਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਔਰ ਬੜੀਆਂ ਬਖਸ਼ਿਸ਼ਾਂ ਉਹਨਾਂ ਨਾਲ ਕੀਤੀਆਂ। ਤੇ ਜਦੋਂ ਪੰਜ ਪਿਆਰੇ ਨੇ ਅੰਮ੍ਰਿਤ ਛਕ ਲਿਆ, ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਜ ਪਿਆਰਿਆਂ ਨੇ ਕਿਹਾ, ਉੱਥੇ ਇਤਿਹਾਸ ਵਿੱਚ ਬਚਨ ਆਉਂਦੇ ਹਨ ਕਿ ਅਸੀਂ ਤਾਂ ਸਿਰ ਦੇ ਕਰਕੇ ਜਿਹੜੇ ਤੁਹਾਡੇ ਕੋਲੋਂ ਇਹ ਅੰਮ੍ਰਿਤ ਦੀ ਦਾਤ ਲਈ ਹੈ, ਤੇ ਤੁਸੀਂ ਮਤਲਬ ਇਹ ਕਿਵੇਂ ਇਹ ਦਾਤ ਪ੍ਰਾਪਤ ਕਰੋਗੇ। ਤਾਂ ਇੱਕ ਤਰੀਕੇ ਦਾ ਗੁਰੂ ਸਾਹਿਬ ਦੇ ਨਾਲ ਖਾਲਸੇ ਦਾ ਸੰਵਾਦ ਸ਼ੁਰੂ ਹੋ ਗਿਆ, ਅੰਡਰਸਟੈਂਡਿੰਗ ਸ਼ੁਰੂ ਹੋ ਗਈ, ਕੁਐਸਚਨ ਸ਼ੁਰੂ ਹੋ ਗਿਆ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੈਂ ਆਪਣਾ ਸਾਰਾ ਸਰਬੰਸ ਵਾਰਾਂਗਾ, ਮੈਨੂੰ ਤੁਸੀਂ ਇਹ ਖੰਡੇ ਬਾਟੇ ਦੀ ਜਿਹੜੀ ਹੈ ਦਾਤ ਮੈਨੂੰ ਬਖਸ਼ਿਸ਼ ਕਰੋ। ਤੇ ਗੋਡੇ ਪਰਨੇ ਹੋ ਕਰਕੇ ਪੰਜਾਂ ਪਿਆਰਿਆਂ ਦੇ ਅੱਗੇ ਦਾਤ ਮੰਗੀ, ਤੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ। ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਬਣਾਇਆ ਗਿਆ। ਤੇ ਇਸ ਇਨਸੀਡੈਂਟ ਤੋਂ ਬਾਅਦ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਮਰ ਦੇ ਵਿੱਚ ਬਾਕੀ ਨਾਂਦੇੜ ਵਿਖੇ ਜੋਤੀ ਜੋ ਸਮਾਨ ਤੱਕ ਜਿਹੜਾ ਹੈ ਉਹ ਖਾਲਸੇ ਦੇ ਹੁਕਮ ਦੇ ਅਨੁਸਾਰ ਚੱਲੇ ਹਨ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੰਮ ਕੀਤਾ ਹੈ ਤੇ ਖਾਲਸੇ ਨੇ ਦੇਖਿਆ ਕਿ ਠੀਕ ਚੱਲ ਰਹੇ ਨੇ, ਠੀਕ ਹੈ, ਜਿਹੜਾ ਸਾਨੂੰ ਅਗਵਾਈ ਮਿਲ ਰਹੀ ਹੈ, ਸਤਿਗੁਰੂ ਨੇ ਅਗਵਾਈ ਦਿੱਤੀ ਹੈ, ਉਦੋਂ ਤੱਕ ਜੋਤ ਔਰ ਜਿਹੜੀ ਹੈ ਸਰੂਪ ਜਿਹੜਾ ਹੈ ਉਹ ਦੇ ਸਰੀਰ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੇ ਵਿੱਚ ਸੀਗਾ, ਵਿਰਾਜਮਾਨ ਸੀਗਾ। ਇੱਥੇ ਕੁਝ ਇਨਸੀਡੈਂਟ ਸਾਨੂੰ ਮਿਲਦੇ ਨੇ। ਕਿ ਮੈਂ ਹੁਣੇ ਵਰਣਨ ਕੀਤਾ ਆਪ ਜੀ ਦੇ ਸਾਹਮਣੇ ਕਿ ਜਦੋਂ ਗੋਡੇ ਪਰਨੇ ਹੋ ਕਰਕੇ ਉਹਨਾਂ ਨੇ ਪੰਜਾਂ ਪਿਆਰਿਆਂ ਤੋਂ ਦਾਤ ਮੰਗੀ ਹੈ, ਤਾਂ ਇੱਕ ਚੇਲਾ ਬਣ ਕਰਕੇ ਗੁਰੂ ਦੇ ਅੱਗੇ, ਆਪਣੇ ਖਾਲਸੇ ਗੁਰੂ ਦੇ ਅੱਗੇ, ਖਾਲਸਾ ਮੇਰੋ ਸਤਿਗੁਰ ਪੂਰਾ, ਉਹਦੇ ਕੋਲੋਂ ਦਾਤ ਮੰਗੀ ਹੈ, ਕਿਉਂਕਿ ਅੰਮ੍ਰਿਤ ਜਿਹੜਾ ਹੈ ਉਹ ਸਤਿਗੁਰ ਤੋਂ ਹੀ ਮਿਲਦਾ ਹੈ। ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਆਉਂਦੀ ਹੈ, ਤੇ ਉਦੋਂ ਵੀ ਜਿਹੜੇ ਪੰਜ ਪਿਆਰੇ ਜਿਹੜੇ ਉਹ ਇਕੱਠੇ ਹੋ ਕਰਕੇ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਗੋਬਿੰਦ ਸਿੰਘ, ਹੁਣ ਤੁਹਾਨੂੰ ਇਹ ਕਿਲ੍ਹਾ ਅਨੰਦਪੁਰ ਸਾਹਿਬ ਦਾ ਛੱਡ ਦੇਣਾ ਚਾਹੀਦਾ ਹੈ, ਕਿ ਜਿਹੜੀਆਂ ਬਾਹਰ ਜਿਹੜੀਆਂ ਹਨ ਬੇਅੰਤ ਜਿਹੜੀਆਂ ਹਨ ਫੌਜਾਂ ਹਨ, ਔਰ ਉਹਨਾਂ ਚੋਂ ਮਕਾਰ ਬੰਦੇ ਹਨ, ਉਹਨਾਂ ਚੋਂ ਬੰਦੇ ਹਨ ਪਹਾੜੀ ਰਾਜੇ ਹਨ, ਜਿਨ੍ਹਾਂ ਨੂੰ ਤੁਹਾਡੇ ਦਾਦਾ ਜੀ ਨੇ ਜਿਹੜਾ ਹੈ ਉਹ ਕਿਲੇ ਤੋਂ ਛੁਡਵਾਇਆ ਸੀ, ਤੇ ਹੁਣ ਉਹ ਤੁਹਾਡੇ ਮਤਲਬ ਦੁਸ਼ਮਣ ਬਣੇ ਪਏ। ਤੇ ਔਰੰਗਜ਼ੇਬ ਨੇ ਵੀ ਜਿੰਨੇ ਵੀ ਪੰਜਾਬ ਦੇ ਨੇੜੇ ਦੇ ਜਿਹੜੇ ਕਸ਼ਮੀਰ ਤੱਕ ਦੇ ਜਿਹੜੇ ਉੱਥੇ ਸੂਬੇਦਾਰ ਸਨ, ਉਹਨਾਂ ਸਾਰਿਆਂ ਦੀਆਂ ਫੌਜਾਂ ਜਿਹੜੀਆਂ ਅਨੰਦਪੁਰ ਸਾਹਿਬ ਦੇ ਉੱਪਰ ਚੜ੍ਹਾਈ ਕਰਕੇ ਆਈਆਂ ਹੋਈਆਂ ਸਨ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਕਤ ਖਾਲਸੇ ਦਾ ਹੁਕਮ ਮੰਨ ਕਰਕੇ ਉਹ ਅਨੰਦਪੁਰ ਸਾਹਿਬ ਛੱਡਣ ਦਾ ਜਿਹੜਾ ਹੈ ਉਹ ਨਿਰਣਾ ਲਿਆ, ਤੇ ਨਾਲ ਚੱਲ ਕਰਕੇ ਆਪਣੇ ਸਾਹਿਬਜ਼ਾਦੇ, ਆਪਣਾ ਪਰਿਵਾਰ, ਔਰ ਜੋ ਇਹ ਹੁਕਮ ਮੰਨਿਆ, ਉਸ ਦਾ ਨਿਰਣਾ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 2 ਲਖਤੇ ਜਿਗਰ ਜਿਹੜੇ ਨੇ ਉਹ ਜਿਹੜੀ ਹੈ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਏ। ਅਨੇਕਾਂ ਪਿਆਰੇ ਸਿੱਖ, ਭਾਈ ਉਦੇ ਸਿੰਘ ਜੀ ਵਰਗੇ, ਬੀਬੀ ਭਿੱਖਾਂ ਫਸਟ ਵੂਮਨ ਮਾਰਟਾਇਰ, ਉਹ ਵੀ ਸ਼ਹੀਦ ਹੋਈ। ਭਾਈ ਬਚਿੱਤਰ ਸਿੰਘ ਜੀ ਜਿਹੜੇ ਨੇ ਉਹ ਸ਼ਹੀਦ ਹੋਏ। ਤੇ ਇਸ ਤਰ੍ਹਾਂ ਇਹ ਭਾਰੀ ਜਿਹੜੇ ਹੈ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ ਖਾਲਸੇ ਦਾ ਹੁਕਮ ਮੰਨ ਕਰਕੇ। ਔਰ ਉਸ ਤੋਂ ਬਾਅਦ ਫਿਰ ਜਦੋਂ ਗੜੀ ਹੈ, ਗੜੀ ਦੇ ਵਿੱਚੋਂ ਜਦੋਂ ਜਾਣ ਦੇ ਵਾਸਤੇ ਇਸ ਵੇਲੇ ਰਾਤ ਨੂੰ ਮਸ਼ਵਰਾ ਕੀਤਾ ਆਪਸ ਦੇ ਵਿੱਚ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੈਂ ਸਵੇਰੇ ਜਾਵਾਂਗਾ ਮੈਦਾਨੇ ਜੰਗ ਦੇ ਅੰਦਰ, ਮੈਂ ਸ਼ਹਾਦਤ ਪ੍ਰਾਪਤ ਕਰਾਂਗਾ ਜਿਵੇਂ ਮੇਰੇ ਬਾਕੀ ਵੀਰ ਸਿੰਘ ਜਿਹੜੇ ਬੱਚਿਆਂ ਨੇ ਕੀਤਾ ਹੈ। ਤਾਂ ਉਸ ਵਕਤ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਅੰਦਰ ਖੜੇ ਹੋ ਕੇ ਕਿਹਾ, ਗੋਬਿੰਦ ਸਿੰਘ ਜੀ, ਤੁਹਾਡੀ ਜਿਹੜੀ ਹੈ ਕੌਮ ਨੂੰ ਬਹੁਤ ਲੋੜ ਹੈ, ਤੁਸੀਂ ਖਾਲਸਾ ਦੁਆਰਾ ਜਿਹੜਾ ਹੈ ਪੁਨਰਜੀਤ ਕਰ ਸਕਦੇ ਹੋ, ਤੇ ਤੁਸੀਂ ਹੁਣ ਇੱਥੋਂ ਕੜੀ ਨੂੰ ਛੱਡ ਕੇ ਚਲੇ ਜਾਓ। ਤਾਂ ਖਾਲਸੇ ਦਾ ਹੁਕਮ ਮੰਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਗੜੀ ਤੋਂ ਨਿਕਲਦੇ ਹਨ। ਤਾਂ ਇੱਥੇ ਇਹ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦਾ ਹੁਕਮ ਮੰਨਿਆ ਹੈ, ਖਾਲਸਾ ਹੁਕਮ ਕਰ ਸਕਦਾ ਹੈ, ਔਰ ਖਾਲਸੇ ਦਾ ਹੁਕਮ ਮੰਨਿਆ ਹੈ। ਔਰ ਫਿਰ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਨੰਦੇੜ ਵਿੱਚ ਪਹੁੰਚਦੇ ਹਨ, ਤਾਂ ਉੱਥੇ ਨੰਦੇੜ ਦੇ ਵਿੱਚ ਵੀ ਜਿਸ ਵੇਲੇ ਉਹਨਾਂ ਨੇ ਗੁਰਗੱਦੀ ਦੀ ਰਸਮ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਉਹਨੂੰ ਸਾਂਝੇ ਤੌਰ ਦੇ ਉੱਪਰ ਗੁਰਗੱਦੀ ਦਿੱਤੀ ਹੈ, ਆਤਮਾ ਗ੍ਰੰਥ ਔਰ ਸਰੀਰ ਪੰਥ, ਤਾਂ ਉਸ ਵਕਤ ਵੀ ਇਹੀ ਲੱਗਦਾ ਹੈ ਕਿ ਸਾਂਝੇ ਤੌਰ ਦੇ ਉੱਪਰ ਇਹ ਗੁਰਗੱਦੀ ਜਿਹੜੀ ਹੈ ਉਹ ਦਿੱਤੀ ਗਈ ਹੈ। ਤੋ ਇੰਨੇ ਕੁ ਵਚਨ ਪ੍ਰਵਾਨ ਕਰਨਾ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਦੇ ਵਿੱਚ ਜਿਹੜੀ ਉਹਨਾਂ ਨੇ ਖਾਲਸਾ ਕੌਮ ਬਣਾਈ ਹੈ, ਉਹਦੇ ਵਿੱਚ ਆਪ ਜਿਹੜੇ ਹਨ ਵਿਦਮਾਨ ਰਹੇ ਹਨ, ਆਪ ਵਿਚਰਦੇ ਹਨ, ਉਦੋਂ ਵੀ ਵਿਚਰਦੇ ਸਨ,
ਤੇ ਹੁਣ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹਨਾਂ ਦੇ ਅਸੂਲਾਂ ਦੇ ਉੱਪਰ ਚੱਲੀਏ ਤੇ ਸਾਰੇ ਕੰਮ ਜਿਹੜੇ ਹਨ ਉਹ ਸੰਪੰਨ ਹੋ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਦੁਨੀਆ ਦਾ ਕੋਈ ਧਰਮ ਨਹੀਂ ਹੈ, ਕੋਈ ਮਤ ਨਹੀਂ ਹੈ ਸਾਧ ਸੰਗਤ ਜਿਹਦੇ ਚ ਇਹ ਲੱਭਦਾ ਹੋਵੇ ਕਿ ਕਿਸੇ ਗੁਰੂ ਨੇ ਆਪਣੀ ਹਯਾਤੀ ਚ ਆਪਣੇ ਚੇਲੇ ਨੂੰ ਗੱਦੀ ਦਿੱਤੀ ਹੋਵੇ। ਔਰ ਦੂਸਰੀ ਗੱਲ, ਕੇਵਲ ਗੱਦੀ ਦੇਣ ਦੀ ਨਹੀਂ, ਗੱਦੀ ਦੇ ਕੇ ਫਿਰ ਆਪ ਆਪਣੀ ਹਯਾਤੀ ਦੇ ਵਿੱਚ ਉਹਨਾਂ ਨੂੰ ਗੁਰੂ ਮੰਨ ਕੇ ਤੇ ਆਪ ਉਹਨਾਂ ਦੀ ਪਰਿਕਰਮਾ ਕੀਤੀ ਹੋਵੇ। ਇਹ ਹੈ ਤਾਂ ਕੇਵਲ ਗੁਰੂ ਨਾਨਕ ਦੇ ਮਤ ਵਿੱਚ, ਔਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਕੀਤਾ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਹਯਾਤੀ 'ਚ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ, ਜੋਤ ਟ੍ਰਾਂਸਫਰ ਕੀਤੀ। ਇਸ ਤਰ੍ਹਾਂ ਚੱਲਦਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਜੋਤ ਜਿਹੜੀ ਹੈ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਵਿੱਚ ਜਿਹੜੀ ਹੈ ਉਹ ਟ੍ਰਾਂਸਫਰ ਕੀਤੀ ਤੇ ਉਹਨਾਂ ਨੇ ਗੁਰੂ ਪੰਥ ਨੂੰ ਆਪਣਾ ਗੁਰੂ ਮੰਨਿਆ। ਵੀਰ ਜੀ ਨੇ ਬਹੁਤ ਵਿਸਥਾਰ ਸਹਿਤ ਬੜਾ ਢੁਕਵਾਂ ਜਿਹੜਾ ਇਸ ਦਾ ਮੈਂ ਸਮਝਦਾ ਕਿ ਜਿਹੜੇ ਸਵਾਲ ਕਰਤਾ ਹੈ ਸਾਹਿਬ ਮੇਲਕ ਸਿੰਘ ਜੀ, ਤੁਹਾਨੂੰ ਇਹਦਾ ਉੱਤਰ ਜ਼ਰੂਰ ਮਿਲ ਗਿਆ ਹੋਏਗਾ। ਵੀਰ ਜੀ ਨੇ ਬਹੁਤ ਹੀ ਡਿਟੇਲ ਦੇ ਨਾਲ ਦੱਸਿਆ। ਉਹਦਾ ਕਾਰਨ ਬਸ ਇੱਕੋ ਹੀ ਹੈ ਜਿਹੜੀ ਮੈਂ ਬੇਨਤੀ ਕੀਤੀ ਹੈ ਕਿ ਦੁਨੀਆ ਦੇ ਬਾਕੀ ਮਤਾਂ ਨਾਲੋਂ ਸਿੱਖ ਮਤ ਦੀਆਂ ਬੜੀਆਂ ਵਿਲੱਖਣਤਾਵਾਂ ਨੇ, ਪਰ ਆਹ ਜਿਹੜੀ ਵਿਲੱਖਣਤਾ ਹੈਗੀ ਹੈ ਕਿ ਆਪਣੀ ਹਯਾਤੀ ਦੇ ਵਿੱਚ ਆਪਣੇ ਚੇਲੇ ਨੂੰ ਗੁਰੂ ਮੰਨਣਾ। ਕਦੀ ਕਿਸੇ ਗੁਰੂ ਨੇ ਆਪਣੇ ਚੇਲੇ ਨੂੰ, ਚੇਲੇ ਤੇ ਬੜੇ ਬਣਾਏ ਨੇ ਗੁਰੂਆਂ ਨੇ, ਸੈਂਕੜੇ ਦੀ ਤਾਦਾਦ ਹੁੰਦੇ ਨੇ, ਅੱਜ ਵੀ ਹਨ। ਪਰ ਅੱਜ ਵੀ ਤੁਸੀਂ ਦੇਖੋ ਵੀ ਚੇਲੇ ਤਾਂ ਹਨ, ਪਰ ਆਇਆ ਕੋਈ ਗੁਰੂ ਜਿਹੜਾ ਆਪਣੇ ਚੇਲੇ ਨੂੰ ਮੁੜ ਕੇ ਗੁਰੂ ਮੰਨੇਗਾ ਜਾਂ ਉਹਦੇ ਪੈਰਾਂ ਤੇ ਮੱਥਾ ਟੇਕੇਗਾ ਜਾਂ ਪਰਿਕਰਮਾ ਕਰੇਗਾ? ਨਹੀਂ। ਇਹ ਕੇਵਲ ਗੁਰੂ ਨਾਨਕ ਦਾ ਇੱਕ ਐਸਾ ਅਨੋਖਾ ਮਤ ਹੈ ਜਿਹਦੀ ਹਰ ਚੀਜ਼ ਜਿਹੜੀ ਯੂਨੀਕ ਹੈ। ਸਾਨੂੰ ਇਹ ਤੇ ਮਾਣ ਹੋਣਾ ਚਾਹੀਦਾ ਔਰ ਕੇਵਲ ਮਾਣ ਸੋਚਣ ਵਾਲਾ ਨਹੀਂ, ਸਾਨੂੰ ਉਹਦੇ ਤੇ ਜਿਹੜੀਆਂ ਇਹ ਮਾਣ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਅਪਣਾ ਕੇ ਆਪਣਾ ਜੀਵਨ ਐਡਾ ਉੱਚਾ ਕਰਨਾ ਚਾਹੀਦਾ ਜਿਹੋ ਜੀ ਗੁਰੂ ਸਾਹਿਬ ਚਾਹੁੰਦੇ ਸਨ। तो वीर तजिंदर सिंह जी, आप जी का बहुत बहुत धन्यवाद है। आप जी ने बड़े बखूबी इस ਜਿਹੜਾ सवाल है ਇਹਦਾ उत्तर दिता है। तो साध संगत जी, बेनती है कि ਜਿਹੜਾ प्रोग्राम ਅਸੀਂ कर रहे हैं ਇਹਦੇ ਵਿੱਚ ਸਾਡੇ ਕੋਲ ਕਈ ਵਾਰ ਸਵਾਲ ਆਉਂਦੇ ਨੇ ਤੇ ਕਈ ਵਾਰੀ ਐਸੇ ਸਵਾਲ ਨੇ ਜਿਹੜੇ ਰਿਪੀਟ ਵੀ ਹੋ ਜਾਂਦੇ ਨੇ। ਜਿਵੇਂ ਅੱਜ ਹੋਮੇ ਦੀ ਗਲੋਬਲ ਅਸੀਂ, ਪਰ ਕਿਉਂਕਿ ਵਾਕਈ ਉਹ ਇਹੋ ਜਿਹੀ ਤੁਕ ਹੈਗੀ ਹੈ ਜਿਹਦੇ 'ਚ ਬੜਾ ਕਨਫਿਊਜ਼ਨ ਆਉਂਦਾ ਹੈ ਤੇ ਅੱਜ ਵੀਰ MP ਸਿੰਘ ਨੇ ਉਹਨੂੰ ਖੋਲ ਕੇ ਦੁਬਾਰਾ ਦੱਸਿਆ। ਇੱਕ ਹੋਰ ਸਾਡੇ ਕੋਲ ਸਵਾਲ ਆਇਆ ਹੈ ਵੀ ਕੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਜਿਹੜੇ ਰਮਾਲੇ ਚੜਾਏ ਜਾਂਦੇ ਨੇ ਉਹਨਾਂ ਤੇ ਅਨਮਤੀਆਂ ਦੇ ਚਿੱਤਰ ਜਿਹੜੇ ਨੇ ਉਹ ਉਕਰਾਏ ਜਾ ਸਕਦੇ ਨੇ ਜਾਂ ਕੱਢੇ ਜਾ ਸਕਦੇ ਨੇ? ਮੈਂ ਬੇਨਤੀ ਕਰਦੇ ਹਾਂ ਕਿ ਇਹਦਾ ਉੱਤਰ ਤੇ ਕੇਵਲ ਇੱਕ ਅੱਖਰ ਦਾ ਹੀ ਹੈ ਵੀ ਨਹੀਂ ਕੱਢੇ ਜਾ ਸਕਦੇ। ਹਾਂ, ਇੱਕ ਗੱਲ ਮੈਂ ਜ਼ਰੂਰ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਪਿੱਛੇ ਇੱਕ ਵਾਰੀ ਇਹ ਸਵਾਲ ਦੇ ਰੂਪ 'ਚ ਆਇਆ ਸੀ, ਅਸੀਂ ਡਿਸਕਸ ਕੀਤਾ ਸੀਗਾ ਔਰ ਸੰਗਤ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਜਿਹੜਾ ਵੀ ਕੰਮ ਕਰੀਏ ਉਹ ਸੋਚ ਕੇ ਕਰਨਾ ਚਾਹੀਦਾ, ਰਿਵਾਜ ਨਹੀਂ ਬਣਾ ਲੈਣਾ ਚਾਹੀਦਾ। ਹੁਣ ਇੱਕ ਰਿਵਾਜ ਬਣ ਗਿਆ ਵੀ ਤੁਸੀਂ ਸਹਿਜ ਪਾਠ ਦੀ ਸਮਾਪਤੀ ਕਰਨੀ ਹੈ ਜਾਂ ਅਖੰਡ ਪਾਠ ਰਖਾਇਆ ਸਮਾਪਤੀ ਕਰਨੀ ਹੈ ਜਾਂ ਕੋਈ ਹੋਰ ਕਾਰਜ ਕਰਨਾ ਹੈ ਜਾਂ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਪ੍ਰਕਾਸ਼ ਕਰਾਇਆ ਕਿਸੇ ਮੌਕੇ ਕਰਕੇ, ਤਾਂ ਉਸ ਵੇਲੇ ਜਿਵੇਂ ਹੁੰਦਾ ਨਾ ਵੀ ਇਨਡਿਸਪੈਂਸੇਬਲ ਮਸਟ ਹੈ ਕਿ ਰਮਾਲਾ ਜ਼ਰੂਰ ਚੜਾਉਣਾ। ਹਾਂ, ਜੇ ਰਮਾਲੇ ਦੀ ਜ਼ਰੂਰਤ ਹੈ ਜ਼ਰੂਰ ਦਿਓ, ਵਰਨਾ ਅਸੀਂ ਦੇਖਦੇ ਹਾਂ ਕਿ ਅੱਜ ਤੁਸੀਂ ਦੇਖ ਲਓ ਦਰਬਾਰ ਸਾਹਿਬ ਮੇਰੇ ਖਿਆਲ ਵੀ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਰਮਾਲੇ ਜਿਹੜੇ ਨੇ ਉਹ ਚੜ੍ਹਦੇ ਨੇ। ਤੁਸੀਂ ਟੈਲੀਵਿਜ਼ਨ ਲਾ ਕੇ ਦੇਖੋ, 1 ਘੰਟਾ ਬੈਠੋ ਤੇ ਜਿਹੜਾ ਐਵਰੇਜ ਕੱਢ ਲੈਣੇ ਕਿੰਨੇ। ਹਾਲਾਂਕਿ ਦਰਬਾਰ ਸਾਹਿਬ ਪਾਰਟਿਕੂਲਰਲੀ ਉਸ ਸਥਾਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਨੇ ਉਹਨਾਂ ਦੇ ਜਿਹੜੇ ਰਮਾਲੇ ਨੇ ਉਹਨਾਂ ਦੇ ਸਾਈਜ਼ ਔਰ ਬਿਲਕੁਲ ਸਪੈਸ਼ਲ ਵੱਖਰੇ ਰੋਜ਼ ਉਹ ਚੜਾਏ ਜਾਂਦੇ ਨੇ ਵੱਖਰੇ। ਆਮ ਜਿਹੜੇ ਰਮਾਲੇ ਨੇ ਉਹ ਉੱਥੇ ਚੜਾਏ ਜਾਂਦੇ ਨੇ, ਉਹ ਫਿਰ ਕੇਵਲ ਨਾਲ ਛੁਆ ਕੇ ਤੇ ਉਹਨਾਂ ਨੂੰ ਮਤਲਬ ਇਹ ਕਹਿੰਦੇ ਲਓ ਜੀ ਤੁਹਾਡਾ ਰਮਾਲਾ ਜਿਹੜਾ ਪ੍ਰਵਾਨ ਹੋ ਗਿਆ। ਤਾਂ ਮਤਲਬ ਇਹ ਵੀ ਇਹ ਚੀਜ਼ ਜਿਹੜੀ ਹੈ ਲੋੜ ਤੱਕ ਤੇ ਠੀਕ ਹੈ, ਵਹਿਮ ਤੱਕ ਨਹੀਂ ਚਾਹੀਦੀ। ਤਾਂ ਇਹ ਸਾਨੂੰ ਚਾਹੀਦਾ ਕਿ ਅੱਗੇ ਵੀ ਡਿਸਕਸ ਹੋਇਆ ਸੀਗਾ ਵੀ ਇਹਦੀ ਥਾਂ ਤੇ ਰਮਾਲਾ ਫੰਡ ਹੋ ਜਾਏ, ਪਰ ਉਹ ਕਿਵੇਂ ਹੋ ਸਕਦਾ ਜੇ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਉਹ ਸੰਗਤਾਂ ਨੂੰ ਜਾਗਰੂਕ ਕਰਨ। ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ। ਹਾਂ, ਇੰਨਾ ਹੈ ਕਿ ਜਿਹੜੀ ਸੰਗਤ ਹੁਣ ਹਾਜ਼ਰ ਹੈ ਆਪੋ ਆਪਣੇ ਇਲਾਕੇ 'ਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੀਆਂ ਮੈਨੇਜਮੈਂਟ ਕਮੇਟੀਜ਼ ਨੂੰ ਆਪਾਂ ਰਿਕੁਐਸਟ ਕਰ ਸਕਦੇ ਹਾਂ ਕਿ ਤੁਸੀਂ ਇੱਕ ਰਮਾਲਾ ਫੰਡ ਲਾਓ। ਇਹ ਅੱਗੇ ਵੀ ਡਿਸਕਸ ਹੋਇਆ ਸੀਗਾ, ਮੈਂ ਰਿਪੀਟ ਕਰ ਰਿਹਾ ਕਿ ਜਿਹਨਾਂ ਨੇ ਰਮਾਲਾ ਦੇਣ, ਜੇ ਤਾਂ ਰਮਾਲੇ ਚਾਹੀਦੇ ਨੇ ਤਾਂ ਠੀਕ ਹੈ। ਜਿਸ ਦਿਨ ਸਮਝੋ ਵੀ ਤੁਹਾਡੇ ਕੋਲ 10, 20, 50 ਰਮਾਲੇ ਹੈਗੇ ਨੇ, ਹੋਰ ਨਹੀਂ ਲੋੜ, ਕਹੋ ਜੀ ਰਮਾਲੇ ਦੀ ਭੇਟਾ ਤੁਸੀਂ ਇੱਥੇ ਜਮ੍ਹਾਂ ਕਰਾਓ, ਉਹ ਰਮਾਲਾ ਫੰਡ ਤਿਆਰ ਹੋਵੇ ਔਰ ਉਹਦੇ ਨੂੰ ਤੁਹਾਡੇ ਆਪਣੇ ਉਸ ਰਿਸਪੈਕਟਿਵ ਇਲਾਕੇ ਦੇ ਵਿੱਚ ਜਿਹੜੇ ਕੋਈ ਲੋੜਵੰਦ ਨੇ ਉਹਨਾਂ ਦੇ ਵਸਤਰਾਂ ਲਈ ਜਾਂ ਕਿਸੇ ਹੋਰ ਜ਼ਰੂਰੀ ਚੀਜ਼ ਲਈ ਜਾਂ ਉਹਦੀ ਐਜੂਕੇਸ਼ਨ ਲਈ ਉਹ ਫੰਡ ਜਿਹੜਾ ਖਰਚਿਆ ਜਾਏ। ਨਹੀਂ ਤੇ ਜਿਹੜੇ ਇੰਨੇ
ਮਤਲਬ ਰੁਮਾਲੇ ਆਉਂਦੇ ਨੇ। ਇੱਥੇ ਕੈਨੇਡਾ ਦੇ ਵਿੱਚ ਵੀ ਗੁਰਦੁਆਰਾ ਸਾਹਿਬਾਨ ਵਿਖੇ ਰੁਮਾਲੇ ਬਹੁਤ ਆਉਂਦੇ ਨੇ, ਔਰ ਕਈ ਵਾਰੀ ਤਾਂ ਐਸਾ ਵੀ ਦੇਖਣ 'ਚ ਆਇਆ ਕਿ ਉਹ ਜਿਹੜੇ ਰੁਮਾਲੇ ਨੇ ਉਹਨਾਂ ਦੀ ਡਿਸਪੋਜ਼ਲ ਮੈਨੇਜਮੈਂਟ ਨੂੰ ਔਖੀ ਹੋ ਜਾਂਦੀ ਹੈ, ਤੇ ਜਿਹੜੇ ਲੋਕ ਸ਼ਰਧਾ ਨਾਲ ਲਿਆਏ ਨੇ, ਮਾਇਆ ਖਰਚ ਕੇ ਲਿਆਏ ਨੇ, ਅਗਰ ਉਹਨਾਂ ਦੀ ਡਿਸਪੋਜ਼ਲ ਹੀ ਕਰਨੀ ਹੈ ਤੇ ਇਹ ਬੜਾ ਭਾਰੀ ਨੁਕਸਾਨ ਹੈ। ਤਾਂ ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ। ਪਰ ਮੈਂ ਫਿਰ ਰਿਪੀਟ ਕਰ ਰਿਹਾ ਕਿ ਇਹਦੀ ਮਦਦ ਕੇਵਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਕਰ ਸਕਦੀਆਂ ਨੇ। ਉਹਨਾਂ ਨੂੰ ਥੋੜਾ ਜਿਹਾ ਹਿਲਾਉਣ ਦੀ, ਜਗਾਉਣ ਦੀ ਲੋੜ ਹੈ ਸਾਧ ਸੰਗਤ ਜੀ, ਕਿ ਆਪਾਂ ਉਹੀ ਕੰਮ ਕਰੀਏ ਜਿਹੜੇ ਚੰਗੇ ਲੱਗਦੇ ਹੋਣ। ਐਵੇਂ ਅਨਨੈਸੈਸਰੀ ਅਸੀਂ ਉਹਨੂੰ ਮਤਲਬ ਆ ਵੀ ਕਰਮਕਾਂਡ ਦੇ ਤੌਰ ਤੇ ਨਾ ਕਰ ਲਈ ਵੀ ਜ਼ਰੂਰ ਦੇਣਾ ਹੁੰਦਾ। ਤੇ ਇਹਦੇ ਲਈ ਜ਼ਰੂਰੀ ਹੈ ਜਿੱਥੇ ਮੈਨੇਜਮੈਂਟ ਕਮੇਟੀਆਂ ਨੇ, ਉੱਥੇ ਜਿਹੜੇ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ, ਗ੍ਰੰਥੀ ਸਾਹਿਬ, ਸੇਵਾਦਾਰ, ਉਹਨਾਂ ਨੂੰ ਵੀ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਇਹਦੀ ਵਰਤੋਂ ਕਿਸ ਤਰ੍ਹਾਂ ਹੋਣੀ ਚਾਹੀਦੀ ਜਾਂ ਇਹਦੀ, ਕਿਉਂਕਿ ਆਮ ਤੌਰ ਤੇ, ਮੈਨੂੰ ਖਿਮਾ ਕਰਨਾ ਮੈਂ ਤੁਹਾਡਾ ਸਮਾਂ ਲੈ ਰਿਹਾ, ਮੈਂ ਖੁਦ ਆਪਣੇ ਸਾਹਮਣੇ ਦੇਖਿਆ ਵੀ ਸਹਿਜ ਪਾਠ ਦੀ ਸਮਾਪਤੀ ਕਰਨ ਲਈ ਜੇ ਆਏ ਤੇ ਉਹਨਾਂ ਨੇ ਸ਼ਲੋਕ ਮਿਲਣਾ ਸ਼ੁਰੂ ਕਰਤਾ ਤੇ ਉਹ ਗ੍ਰੰਥੀ ਸਿੰਘ ਇਸ਼ਾਰੇ ਕਰੀ ਜਾ, ਉਹਨੂੰ ਕੋਲ ਬੁਲਾ ਕੇ ਕਿਹਾ, ਕੰਨ 'ਚ ਕਹਿੰਦੇ ਜੀ ਰੁਮਾਲਾ ਕਿੱਥੇ? ਤੂੰ ਕਹਿੰਦਾ ਜੀ ਰੁਮਾਲਾ ਜ਼ਰੂਰੀ ਸੀਗਾ। ਅਕਸਰ ਕੋਈ ਨਹੀਂ ਕੋਈ। ਮਤਲਬ ਇਹ ਹੈ ਕਿ ਮਨ 'ਚ ਆ ਗਿਆ ਕਿ ਇਹ ਇਨਡਿਸਪੈਂਸੇਬਲ। ਤਾਂ ਇਹ ਗੱਲ ਜਿਹੜੀ ਸਾਨੂੰ ਸਮਝ ਵਿੱਚ ਆਉਣੀ ਚਾਹੀਦੀ ਹੈ। ਤਾਂ ਮੈਂ ਆਪ ਜੀ ਦਾ ਸਮਾਂ ਲੈ ਲਿਆ, ਉਹਦੇ ਲਈ ਮੈਂ ਆਪਾਂ ਖਿਮਾ ਮੰਗਦਾ। ਬਹੁਤ ਬਹੁਤ ਸਾਰੀ ਸੰਗਤਾਂ ਦਾ ਸਾਧ ਸੰਗਤ ਜੀ ਧੰਨਵਾਦ ਹੈ। ਇਹ ਨਵੇਂ ਆਈਡੀਜ਼ ਜਿਹੜੀਆਂ ਨੇ, ਕੁਝ ਇੱਕ ਨਾਮ ਮਿਲਦੇ ਵੀ ਹੁੰਦੇ ਨੇ ਜਾਂ ਕਈ ਵਾਰੀ ਉਹ ਸਿਰਫ ਫੋਨ ਨੰਬਰ ਹੀ ਆਉਂਦਾ, ਤੇ ਜਿਹੜੇ ਵੀਰ ਭੈਣ ਕੋਈ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਆਪ ਨੂੰ ਅਨਮਿਊਟ ਕਰੇ ਕਿ ਸੰਗਤ ਨਾਲ ਫਤਿਹ ਸਾਂਝੀ ਕਰ ਸਕਦੇ ਨੇ। ਮੈਨੂੰ ਜਿਹੜੀ ਆਈਡੀ ਦਿਸ ਰਹੀ ਹੈ, ਇੱਕ ਹੈ ਜੀ ਜਪਨੀਤ ਸਿੰਘ, ਜਿਨ੍ਹਾਂ ਦੀ ਆਈਡੀ ਜਪਨੀਤ ਸਿੰਘ। ਆਪਣੇ ਆਪ ਨੂੰ ਅਨਮਿਊਟ ਕਰੋ ਜੀ ਔਰ ਸੰਗਤ ਨਾਲ ਸਾਂਝ ਪਾਓ। ਜਪਨੀਤ ਸਿੰਘ। ਮੈਨੂੰ ਲੱਗਦਾ ਚਲੇ ਗਏ। ਇੱਕ ਆਈਡੀ ਸਾਧ ਸੰਗਤ ਜੀ ਨਰਿੰਦਰ ਸਿੰਘ ਹੈ, ਇੱਕ ਨਰਿੰਦਰ ਸਿੰਘ ਅੱਗੇ ਵੀ ਆਉਂਦੇ ਨੇ, ਇੱਕ ਨਰਿੰਦਰ ਸਿੰਘ ਅਬਾਲਾ ਲਿਖਿਆ ਹੁੰਦਾ ਹੈ, ਤੇ ਇਹ ਮੈਨੂੰ ਨਵੀਂ ਲੱਗ ਰਹੀ ਆਈਡੀ। ਅਗਰ ਨਰਿੰਦਰ ਸਿੰਘ ਜਿਨ੍ਹਾਂ ਦੀ ਆਈਡੀ ਹੈ ਨਵੇਂ ਆਏ ਨੇ, ਤਾਂ ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰਨ। ਤਾਂ ਸਾਧ ਸੰਗਤ ਜੀ ਅੱਜ ਦਾ ਪ੍ਰੋਗਰਾਮ, ਹਾਂਜੀ, ਅੱਜ ਦਾ ਪ੍ਰੋਗਰਾਮ ਨਿਭਾਉਂਦਿਆਂ ਬਹੁਤ ਸਾਰੀਆਂ ਤਰੁੱਟੀਆਂ, ਗਲਤੀਆਂ ਰਹਿ ਜਾਂਦੀਆਂ ਨੇ, ਉਹਨਾਂ ਲਈ ਆਪਸ ਵਿੱਚ ਖਿਮਾ ਮੰਗਦੇ ਹਾਂ। ਆਪ ਜੀ ਨੂੰ ਹਰ ਵਾਰੀ ਜਿਵੇਂ ਬੇਨਤੀ ਕਰੀ ਦੀ, ਅੱਜ ਵੀ ਬੇਨਤੀ ਕਰ ਰਹੇ ਹਾਂ ਵੀ ਆਪਣੇ ਸੁਝਾਅ ਭੇਜੋ, ਕੁਐਸਚਨ ਭੇਜੋ ਔਰ ਸਾਡੀ ਅਗਵਾਈ ਕਰੋ ਕਿ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਸ ਤਰ੍ਹਾਂ ਜ਼ਿਆਦਾ ਬੈਟਰ ਜਿਹੜਾ ਵਧੀਆ ਜਿਹੜਾ ਉਹ ਬਣਾ ਸਕਦੇ ਹਾਂ। ਤਾਂ ਮੈਂ ਆਪ ਨੂੰ ਸੂਚਨਾ ਹਿੱਤ ਦੱਸਦੇ ਹਾਂ ਕਿ ਅੱਗੇ ਪੂਰਾ 1 ਘੰਟੇ ਜਾਂ 50 ਮਿੰਟ ਦਾ ਜਿਹੜਾ ਸਵਾਲ ਜਵਾਬ ਸੀ, ਉਹਦੀ ਇੱਕੋ YouTube ਤੇ ਵੀਡੀਓ ਪਾਈ ਜਾਂਦੀ ਸੀ। ਹੁਣ ਵੀਰ ਪ੍ਰਭ ਕੀਰਤਨ ਸਿੰਘ ਜੀ ਤੇ ਉਹਨਾਂ ਦੀ ਟੀਮ ਨੇ ਇਹ ਉਪਰਾਲਾ ਕੀਤਾ ਹੈ ਕਿ ਹਰੇਕ ਸਵਾਲ ਦੀ ਕਲਿੱਪ ਬਣਾ ਕੇ ਪਾਉਂਦੇ ਨੇ, ਤਾਂ ਜੇ ਸੰਗਤ ਨੂੰ ਪਤਾ ਲੱਗ ਜਾਏ। ਨਹੀਂ ਤੇ ਸਾਰੀ ਪੂਰਾ 1 ਘੰਟਾ ਸੁਣਨਾ ਪੈਂਦਾ ਸੀ, ਕਿੱਥੇ ਜਾ ਕੇ ਸਵਾਲ ਆਇਆ ਤੇ ਲੱਭਦਾ ਵੀ ਨਹੀਂ ਸੀ। ਹੁਣ ਇਹਦੇ 'ਚ ਨਾਲੇ ਸਵਾਲ ਜਿਹੜਾ ਉਹਦੇ ਸਵਾਲ ਦਾ ਟਾਈਟਲ ਉੱਪਰ ਆ ਜਾਂਦਾ, ਔਰ ਕੱਲੀ ਕਲਿੱਪ ਹੈ 5-7-10 ਮਿੰਟ ਦੀ ਹੁੰਦੀ, ਆਪਾਂ ਸੁਣ ਸਕਦੇ ਹਾਂ। ਤਾਂ ਇਹ ਤੁਸੀਂ ਆਪ ਜੀ ਨੇ ਜ਼ਰੂਰ ਦੇਖਣਾ। ਔਰ ਜਿਹੜੀ ਬੇਨਤੀ ਰੋਜ਼ਾਨਾ ਹੀ ਕੀਤੀ ਜਾਂਦੀ ਹੈ ਕਿ ਜਿਹੜਾ ਸਾਡਾ YouTube ਚੈਨਲ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਕਲਾਸ USA, ਇਹਨੂੰ ਕਿਰਪਾ ਕਰਕੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰੋ, ਔਰ ਬਾਕੀ ਸੰਗਤਾਂ ਨੂੰ ਪ੍ਰੇਰ ਕੇ ਉਹਨਾਂ ਨੂੰ ਵੀ ਇਹ ਬੇਨਤੀ ਕਰੋ ਵੀ ਇਹਨੂੰ ਸਬਸਕ੍ਰਾਈਬ ਕਰਨ। ਆਸ਼ਾ ਇੱਕੋ ਹੀ ਹੈ ਕਿ ਜਿਹੜੀਆਂ ਆਪਾਂ ਇੱਥੇ ਵਿਚਾਰਾਂ ਕਰਦੇ ਹਾਂ ਇਹ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸਾਂਝੀਆਂ ਹੋ ਸਕਣ। ਤਾਂ ਇਹਨਾਂ ਸਾਰੀਆਂ ਬੇਨਤੀਆਂ ਦੇ ਨਾਲ ਮੈਂ ਆਪਸ ਵਿੱਚ ਖਿਮਾ ਮੰਗਦਾ, ਔਰ ਸਤਿਗੁਰੂ ਦੇ ਹੁਕਮ ਹੋਇਆ ਅਗਲੇ ਸੋਮਵਾਰ ਫਿਰ ਇਸੇ ਤਰ੍ਹਾਂ ਸਾਰਾ ਪੈਨਲ ਆਪ ਦੀ ਸੇਵਾ 'ਚ ਹਾਜ਼ਰ ਹੋਏਗਾ। ਤਦ ਤੱਕ ਲਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।